ਮਨ ਮੋਤੀ ਜੇ ਕਹਿਣਾ ਹੋਵੈ, ਪੌਣ ਹੋਵੈ ਸੂਤ ਧਾਰੀ। ਮਨ ਮੋਤੀ ਜੇ ਗਹਿਣਾ ਹੋਵੈ, ਪੌਣ ਹੋਵੈ ਸੂਤ ਧਾਰੀ। ਖੀਮਾ ਸ਼ਿੰਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾਮ ਵਰੀ। ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ, ਦਾਮੋਦਰ ਦੰਤਲੇ। ਕਰ ਕਰ ਕਰਤਾ ਕੰਗਣ ਪਹਿਰੈ, ਇਨ ਬਿਦ ਚਿਤ ਧਰੇ। ਮਧਸ਼ੂਦਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ। ਧੀਰਜ ਧੜੀ ਬੰਧਾਵੈ, ਕਾਮਣ ਸ੍ਰੀ ਰੰਗ ਸੁਰਮਾ ਦੇਈ। ਮਨ ਮੰਦਰ ਜੇ ਦੀਪਕ ਜਾਲੇ, ਮਨ ਮੰਦਰ ਜੇ ਦੀਪਕ ਜਾਲੇ। ਕਾਇਆ ਸੇਜ ਕਰਈ, ਗਿਆਨ ਰਾਉ ਜਬ ਸਿਜੈ ਆਵੈ। ਤਾ ਨਾਨਕ ਭੋਗ ਕਰੇ, ਗਿਆਨ ਰਾਉ ਜਬ ਸਿਜੈ ਆਵੈ। ਤਾ ਨਾਨਕ ਭੋਗ ਕਰੇ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਭ ਵਡਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਗੁਰਬਾਣੀ ਵਿਚਾਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਆਓ ਗੁਰਬਾਣੀ ਦਾ ਲਾਹਾ ਪ੍ਰਾਪਤ ਕਰੀਏ। ਸਭ ਨੇ ਇੱਕੇ ਵਾਰ ਕਹਿਣ ਤੇ ਹਾਜ਼ਰੀ ਲਵਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਉਣ ਦਾ ਢੰਗ ਬਲ ਸਿਖਾ ਰਹੀ ਹੈ। ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਹਰ ਥਾਂ ਤੇ, ਹਰ ਮੋੜ ਤੇ, ਹਰ ਜ਼ਿੰਦਗੀ ਦੇ ਪੜਾਅ ਵਿੱਚ ਕੰਮ ਕਰਦਾ। ਜਦੋਂ ਜਦੋਂ ਮਨੁੱਖ ਆਪਣੀ ਜ਼ਿੰਦਗੀ 'ਚ ਠੋਕਰ ਖਾਂਦਾ ਤਾਂ ਤਦ ਤਦ ਗੁਰਬਾਣੀ ਉਹ ਠੋਕਰ ਤੋਂ ਬਚਣ ਦਾ ਸੰਦੇਸ਼ ਵੀ ਦਿੰਦੀ ਆ।
ਸਾਹਿਬ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਜਦੋਂ ਅਸੀਂ ਨਾ ਕਿਸੇ ਸਾਤਰ ਦਿਮਾਗ ਦੇ ਮਨੁੱਖ ਦੀ ਗੱਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ, ਬੁੱਝਣਾ ਕਹਿ ਲਓ ਸ਼ੁਰੂ ਕਰ ਦਿੱਤਾ, ਮੰਨਣਾ ਸ਼ੁਰੂ ਕਰ ਦਿੱਤਾ, ਪੁਜਾਰੀ ਵਰਗ ਦੀ ਗੱਲ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਕਬੂਲ ਲਿਆ ਤਾਂ ਅਸੀਂ ਫੇਲ ਹਾਂ। ਤੇ ਜੇ ਅਸੀਂ ਉਸ ਦੇ ਦਿਮਾਗ ਦੇ ਜਿਹੜੇ ਸਾਨੂੰ ਖਤਮ ਕਰਨ ਦੇ ਥਾਟ ਨੇ ਉਹਨਾਂ ਨੂੰ ਬੁੱਝ ਲਿਆ ਤਾਂ ਅਸੀਂ ਪਾਸ ਹਾਂ। ਆਪਣੀ ਗੱਲ ਚੱਲੀ ਸੀ ਵੀ ਜੋ ਸਾਡੇ ਸਮਾਜ ਵਿੱਚ ਬਹੁਤ ਵੱਡੇ ਪੱਧਰ ਤੇ ਮਨਮੱਤੀ ਤਿਉਹਾਰ, ਮਨਮੱਤੀ ਕੰਮ ਬੜੇ ਭੈੜੇ ਫੈਲੇ ਹੋਏ ਨੇ, ਕੋਹੜ ਦੀ ਬਿਮਾਰੀ ਆ, ਤਾਂ ਉਹਦੇ ਤੋਂ ਅਸੀਂ ਕਿਵੇਂ ਬਚਣਾ। ਤੇ ਅਗਲਿਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਦੋਂ ਉਹ ਕਾਮਯਾਬ ਹੋ ਗਏ। ਉਹਨਾਂ ਦੀ ਕਾਮਯਾਬੀ ਦੇ ਵਿੱਚ ਸਾਡੀ ਸਹਿਮਤੀ ਆ, ਉਹਨਾਂ ਦੀ ਕਾਮਯਾਬੀ ਦੇ ਵਿੱਚ ਸਾਡਾ ਸਹਿਯੋਗ ਆ, ਉਹਨਾਂ ਦੀ ਕਾਮਯਾਬੀ ਦੇ ਵਿੱਚ ਸਾਡੀ ਰਾਏ ਆ। ਸਮਝ ਗਏ ਨਾ ਆਪਾਂ? ਮਤਲਬ ਇਹ ਨਹੀਂ ਕਹਿ ਸਕਦੇ, ਸਿਰਫ ਕੇਵਲ ਤੇ ਕੇਵਲ ਉਹਨਾਂ ਨੇ ਆਪ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਵਾਲਾ ਹੁਨਰ, ਕਾਮਯਾਬੀ ਵਾਲਾ ਗੁਣ ਉਹ ਪੈਦਾ ਕਰ ਲਿਆ। ਇਹ ਨਹੀਂ ਕਹਿ ਸਕਦੇਗੇ। ਮੰਨਿਆ ਕੀ ਜਾਵੇਗਾ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਾਮਯਾਬ ਹੋਏ ਨੇ ਤਾਂ ਸਾਡੀ ਰਾਏ ਦੇ ਨਾਲ ਹੋਏ ਨੇ, ਸਾਡੇ ਸਹਿਮਤੀ ਦੇ ਨਾਲ ਹੋਏ ਨੇ, ਸਾਡੇ ਉਪਰਾਲੇ ਦੇ ਨਾਲ ਹੋਏ ਨੇ, ਸਾਡੀ ਹਿੰਮਤ ਦੇ ਨਾਲ ਹੋਏ ਨੇ। ਤੇ ਨਹੀਂ ਅਗਲੇ ਦੀ ਕੀ ਮਿਸਾਲ ਆ ਵੀ ਉਹ ਕਾਮਯਾਬ ਹੋ ਜਾਵੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰੇ, ਗੁਰੂ ਦੇ ਜੋ ਵਿਚਾਰ ਨੇ ਉਹਨਾਂ ਵਿਚਾਰਾਂ ਦੇ ਨਾਲ ਆਪਣੀ ਸਹਿਮਤੀ ਦੇ। ਤੇ ਜੋ ਸਾਤਰ ਦਿਮਾਗ ਦੇ ਲੋਕ ਨੇ ਤੇਰੇ ਜੀਵਨ ਦੇ ਵਿੱਚ ਤੈਨੂੰ ਬਰਬਾਦ ਕਰਨ ਦੇ ਰਸਤੇ ਤੇ ਤੁਰੇ ਹੋਏ ਨੇ, ਉਹਨਾਂ ਦਾ ਪੱਲਾ ਛੱਡ ਦੇ, ਉਹਨਾਂ ਨੂੰ ਸਹਿਯੋਗ ਨਾ ਦੇ। ਮਤਲਬ ਉਹਨਾਂ ਨਾਲ ਸਹਿਮਤ ਨਾ ਹੋ, ਉਹਨਾਂ ਦੇ ਨਾਲ ਤੂੰ ਤੁਰਨਾ। ਇੱਥੋਂ ਸਾਨੂੰ ਭੁਲੇਖਾ ਪਊ ਅਸੀਂ ਤਾਂ ਨਾਲੇ ਤੁਰਦੇ ਨਹੀਂ ਨਾਲ, ਸਾਡੀ ਕੋਈ ਸਹਿਮਤੀ ਨਹੀਂ ਹੈ, ਸਾਡਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਲ ਵਿਚਾਰ ਨਹੀਂ ਮਿਲਦਾ। ਫਿਰ ਸੋਚਣ ਵਾਲੀ ਗੱਲ ਆ ਵੀ ਅਗਲਾ ਕਾਮਯਾਬ ਕਿਵੇਂ ਹੋਇਆ। ਸੋਚਣ ਵਾਲੇ ਵਿਚਾਰ ਆ ਨਾ ਵੀ ਅਗਲਾ ਕਾਮਯਾਬ ਕਿਵੇਂ ਹੋਇਆ। ਮੰਨ ਲਓ ਅੱਜ ਆਪਾਂ ਕਹਿੰਦੇ ਆਂਗੇ ਇਸ ਗੱਲ ਨੂੰ ਸਮਝਦੇ, ਕਿਉਂਕਿ ਜਿਹੜਾ ਕੋਹੜ ਦੀ ਆਪਾਂ ਗੱਲ ਕਰਦੇ ਸੀ, ਗੱਲ ਕੀਤੀ ਸੀ ਵਰਤਾਂ ਦੇ ਸੰਬੰਧ 'ਚ, ਵੀ ਕਿਵੇਂ ਤੇ ਕਿੱਥੋਂ ਕਹਾਣੀਆਂ ਸ਼ੁਰੂ ਹੁੰਦੀਆਂ ਨੇ ਤੇ ਕਿਵੇਂ ਸਾਡੇ ਸਮਾਜ ਦੇ ਵਿੱਚ ਸਾਡੇ ਤੇ ਭਾਰੂ ਪਾਈਆਂ ਜਾਂਦੀਆਂ ਨੇ। ਅੱਜ ਉਸੇ ਗੱਲ ਦੇ ਨਾਲ ਮਿਲਵੀਂ ਗੱਲ ਆਪਾਂ ਅਗਲੀ ਕਰਨੀ ਆ, ਭਾਵੇਂ ਗੱਲ ਥੋੜ੍ਹੀ ਜਿਹੀ ਰੁੱਖੀ ਆ ਪਰ ਸੱਚ ਆ, ਵੀ ਆਪਾਂ ਹਜਮ ਕਰਨੀ ਆ। ਤੇ ਜੇ ਕੌੜੀ ਕਸੈਲੀ ਗੁਰਬਾਣੀ ਨੂੰ ਕਰਕੇ ਆਪਾਂ ਅੰਦਰ ਨੰਗਾ ਲਾਵਾਂਗੇ, ਸਾਡੇ ਜੀਵਨ ਦਾ ਉਧਾਰ ਹੋ ਜਾਵੇਗਾ, ਸਾਨੂੰ ਜ਼ਿੰਦਗੀ ਜਿਉਣ ਦਾ ਬਲ ਮਿਲ ਜਾਵੇਗਾ। ਗੱਲ ਚੱਲੀ ਸੀ ਵੀ ਕਿਵੇਂ ਪੁਜਾਰੀ ਵਰਗ, ਸਾਤਰ ਦਿਮਾਗ ਦੇ ਲੋਕ ਕਿਵੇਂ ਕਾਮਯਾਬ ਹੋਏ ਨੇ, ਉਹਨਾਂ ਦੀ ਕਾਮਯਾਬੀ ਦੇ ਵਿੱਚ ਸਾਡਾ ਸਹਿਯੋਗ ਆ। ਜਦੋਂ ਆਪਾਂ ਇਹ ਗੱਲ ਕੀਤੀ ਹੈ ਨਾ, ਉੱਥੇ ਅਸੀਂ ਕਹਾਂਗੇ ਵੀ ਨਹੀਂ ਸਾਡਾ ਸਹਿਯੋਗ ਨਹੀਂ ਹੈ। ਮੰਨ ਲਓ ਵੀ ਪਿੰਡ ਦੇ ਵਿੱਚ ਚੋਰੀ ਹੋ ਰਹੀ ਆ ਬਾਰ-ਬਾਰ, ਪਿੰਡ ਵਾਸੀ ਨਹੀਂ ਬੋਲਦੇ। ਹੁਣ ਇਹ ਤਾਂ ਹੈ ਨਹੀਂ ਵੀ ਪਿੰਡ ਵਾਲੇ ਚੋਰੀ ਕਰਵਾਉਂਦੇ ਨੇ, ਪਰ ਉਹਨਾਂ ਦੀ ਚੁੱਪ ਚੋਰਾਂ ਦੇ ਨਾਲ ਰਲ ਚੁੱਕੀ ਆ। ਇੱਕ ਵਿਚਾਰ। ਦੂਸਰਾ, ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਤੇ ਉਹ ਨਸ਼ਾ ਅਸੀਂ ਨਹੀਂ ਵਿਕਾ ਰਹੇ। ਇਹਦੇ ਨਾਲ ਆਪਾਂ ਇਸ ਗੱਲ ਨਾਲ ਸਹਿਮਤ ਹਾਂ। ਪਰ ਜੇ ਕੋਈ ਪਿੰਡ ਦਾ ਮੋਹਤਵਾਰ ਬੰਦਾ ਨਾ, ਪਿੰਡ ਦੇ ਲੋਕ ਚੁੱਪ ਨੇ, ਕੋਈ ਕਾਰਵਾਈ ਨਹੀਂ ਕਰਦੇ, ਰੌਲਾ ਨਹੀਂ ਪਾਉਂਦੇ, ਤਾਂ ਇੱਥੋਂ ਸਿੱਧ ਹੋ ਗਿਆ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਨਾਲ ਸਹਿਯੋਗੀ ਹਾਂ, ਉਹਨਾਂ ਦੇ ਨਾਲ ਰਲ ਚੁੱਕੇ ਹਾਂ। ਵੀ ਵੇਚ ਲਓ, ਕੋਈ ਨਾ, ਸਾਥੋਂ ਲੁੱਟ ਨਹੀਂ ਆਉਂਦਾ ਢਾਂਚਾ, ਤੁਸੀਂ ਜੋ ਮਰਜ਼ੀ ਕਰੋ। ਜੇ ਕੋਈ ਪਿੰਡ ਦੇ ਵਿੱਚ, ਦੇਖੋ ਇੱਕ ਆਪਣੀ ਉਦਾਹਰਨ ਆ ਵੈਸੇ ਇਸ ਗੱਲ ਨੂੰ ਸਮਝਣ ਦੇ ਲਈ। ਮੰਨ ਲਓ ਪਿੰਡ ਦੇ ਵਿੱਚ ਕੋਈ ਮਨਮੱਤੀ ਕਰਮ ਕਰਦਾ, ਉਹ ਕਰਮ ਕਰਦਾ ਜਿਹੜਾ ਕਰਮ ਕਰਨ ਦੇ ਯੋਗ ਨਹੀਂ ਹੈ, ਅਸੀਂ ਚੁੱਪ ਹਾਂ। ਕੋਈ ਨੁਮਾਇੰਦੇ, ਕੋਈ ਧਾਰਮਿਕ ਆਗੂ, ਕੋਈ ਸਮਾਜਿਕ ਆਗੂ ਚੁੱਪ ਆ, ਤਾਂ ਇੱਥੋਂ ਸਿੱਧ ਕੀ ਹੋ ਗਿਆ? ਸਿੱਧ ਇਹ ਹੋ ਗਿਆ ਵੀ ਸਾਡੀ ਚੁੱਪ ਉਹਨਾਂ ਦੇ ਨਾਲ ਸਹਿਮਤ ਆ। ਵੀ ਤੁਸੀਂ ਕਰੀ ਜਾਓ, ਸਾਨੂੰ ਕੋਈ ਚੱਕਰ ਨਹੀਂ, ਕਰੀ ਚੱਲੋ ਭਾਈ, ਰੌਲਾ ਨਹੀਂ ਪਾਇਆ ਨਾ, ਕਰੀ ਚੱਲੋ, ਕੋਈ ਗੱਲ ਨਹੀਂ। ਹੁਣ ਮੰਨ ਲਵੋ ਵੀ ਇੱਕ ਉਹ ਲੋਕ ਨੇ ਦੁਨੀਆ ਦੇ ਵਿੱਚ, ਜਦੋਂ ਕੋਈ ਸੱਚ ਬੋਲਦਾ
ਦੇਖੋ ਇਹ ਤੋਂ ਉਲਟਵੀਂ ਗੱਲ ਕੀ ਆ, ਗੁਰਬਾਣੀ ਦੀ ਸੱਚੀ ਵਿਚਾਰ ਕੋਈ ਕਰਦਾ ਨਾ, ਮੰਨ ਲਓ ਜੇ ਕੋਈ ਕਰਦਾ ਤੇ ਸੱਚੀ ਵਿਚਾਰ ਦੇ ਨਾਲ ਅਸੀਂ ਸਹਿਮਤ ਤਾਂ ਹੋਵਾਂਗੇ ਜੇ ਸੁਣ ਕੇ ਉਹਨੂੰ ਮੰਨ ਲਵਾਂਗੇ। ਤੇ ਜੇ ਅਸੀਂ ਇਤਰਾਜ਼ ਕਰਤਾ ਵੀ ਇਹ ਤਾਂ ਗੱਲ ਜੀ ਗਲਤ ਆ, ਇਹ ਇਉਂ ਆ, ਇਹ ਤਾਂ ਹੈ ਹੀ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਗਏ, ਤਾਂ ਉੱਥੇ ਸਿੱਧ ਕੀ ਹੋ ਗਿਆ ਵੀ ਜਦੋਂ ਅਸੀਂ ਚੁੱਪ ਨਹੀਂ, ਅਸੀਂ ਰੌਲਾ ਪਾਉਣ ਲੱਗੇ ਨਾ, ਤੇ ਉਦੋਂ ਅਸੀਂ ਗੁਰਬਾਣੀ ਸੁਣਨ ਦੇ ਚਾਹਵਾਨ ਹੈ ਹੀ ਨਹੀਂ ਭਾਈ, ਹੈ ਹੀ ਨਹੀਂ ਨਾ। ਹੁਣ ਅੱਗੇ ਟੱਪਿਓ ਆਪਾਂ, ਕਿਉਂਕਿ ਸਟੈਪ ਵਾਈਜ਼ ਅੱਗੇ ਚੱਲਣਾ ਆਪਾਂ, ਪੜਾਅ ਦਰ ਪੜਾਅ। ਅਗਲੀ ਗੱਲ ਕੀ ਆ, ਮੰਨ ਲਓ ਵੀ ਕੱਲ ਆਪਾਂ ਵਿਚਾਰ ਕੀਤੀ ਸੀ ਵੀ ਕਿਵੇਂ ਇਹ ਕਰੂਏ ਦੀਆਂ ਗੱਲਾਂ ਚੱਲੀਆਂ ਤੇ ਕਿਵੇਂ ਸਾਡੀਆਂ ਧੀਆਂ ਨੇ ਅਣਹੋਏ ਪਤੀਆਂ ਦੇ ਅਫਸੋਸ ਕਰਨੇ ਸ਼ੁਰੂ ਕਰਤੇ, ਕਿਵੇਂ ਸਾਡੀਆਂ ਨੂੰਹਾਂ ਨੇ, ਬੱਚੀਆਂ ਨੇ, ਇਹ ਮਨਮੱਤੀ ਕੰਮ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸ਼ੁਰੂ ਕਰ ਲਏ। ਕਿੱਥੋਂ ਆਏ, ਕਿਹਨੇ ਸਿਖਾਏ, ਕੋਈ ਪਤਾ ਨਹੀਂ ਲੱਗਿਆ, ਅਗਲਾ ਕਾਮਯਾਬ ਹੋ ਗਿਆ। ਗੁਟਕਾ ਸਾਹਿਬ ਘਰ ਦੇ ਵਿੱਚ ਆਉਂਦਾ ਨਾ, ਸਾਰੇ ਟੱਬਰ ਦੇ ਭਾਦੀ ਬਣ ਜਾਂਦੇ, ਉਹ ਨਹੀਂ ਜੀ ਝੂਠੇ ਹੱਥ ਲੱਗ ਜਾਣਗੇ, ਘਰ ਵਿੱਚ ਸ਼ਰਾਬ ਆ, ਘਰ ਵਿੱਚ ਨਸ਼ਾ ਗਾ, ਇਹਨੂੰ ਗੁਰੂ ਘਰ ਧਰਿਆਓ, ਤੁਸੀਂ ਇੱਥੇ ਨਹੀਂ ਰੱਖਣਾਗਾ, ਰੌਲਾ ਪੈ ਗਿਆ ਨਾ। ਤੇ ਸੋਚ ਕੇ ਦੇਖੋ, ਮਨਮੱਤੀ ਕਰਮ ਹੋ ਰਿਹਾ, ਉਹਦੇ ਪਰਥਾਏ ਰੌਲਾ ਨਹੀਂ ਪੈ ਰਿਹਾ। ਨਾ ਦਾਦਾ ਬੋਲਦਾ, ਨਾ ਦਾਦੀ ਬੋਲਦੀ ਹੈ, ਨਹੀਂ ਧੀਓ, ਨਹੀਂ ਪੁੱਤਰੋ, ਤੁਹਾਡੇ ਕੰਮ ਕਰਨ ਯੋਗ ਨਹੀਂ ਹੈ, ਤੁਸੀਂ ਨਹੀਂ ਕੰਮ ਕਰਨਾਗਾ। ਪਰ ਜਿਹੜਾ ਕਰਨ ਯੋਗ ਸੀ ਉਹਦੇ ਪਰਥਾਏ ਰੌਲਾ ਪੈ ਗਿਆ। ਆਪਣੀ ਗੱਲ ਚੱਲੀ, ਸਾਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਅਸੀਂ ਜਾਂ ਸਾਡੇ ਬੱਚੇ ਬੱਚੀਆਂ ਮਨਮੱਤੀ ਕਰਮਾਂ ਵਿੱਚ ਫਸ ਗਏ, ਕਦੋਂ ਫਸ ਗਏ। ਉਸੇ ਗੱਲ ਨਾਲ ਮਿਲਵੀਂ ਗੱਲ ਕੀ ਸੀਗੀ, ਅਗਲੀ ਗੱਲ ਵੀ ਅੱਜ ਸਾਡੇ ਸਮਾਜ ਦੇ ਵਿੱਚ ਜਿੱਥੇ ਇੱਕ ਕੱਲ ਦੀ ਵਿਚਾਰ ਮੁਤਾਬਕ ਵਰਤਾਂ ਦੇ ਸੰਬੰਧ ਵਿੱਚ ਬਹੁਤ ਵੱਡਾ ਕੋਹੜ ਆ ਨਾ, ਇੱਕ ਨਹੀਂ ਅਨੇਕਾਂ ਬਿਮਾਰੀਆਂ ਨੇ, ਇੱਕ ਬਿਮਾਰੀ ਨਹੀਂ, ਬਹੁਤ ਜ਼ਿਆਦਾ ਬਿਮਾਰੀਆਂ ਨੇ। ਇਸ ਤੋਂ ਅਗਲੀ ਬਿਮਾਰੀ ਕੀ ਹੈ ਜਿਹੜੀ ਸਾਡੇ ਸਮਾਜ ਨੂੰ ਖਾ ਰਹੀ ਆ। ਦੇਖੋ ਆਪਾਂ ਗੱਲ ਪਹਿਲਾਂ ਕੀਤੀ ਆ ਵੀ ਜਿਹੜੀ ਗੁਰਬਾਣੀ ਦੀ ਵਿਚਾਰ ਆ ਨਾ, ਹੈ ਖਰੀ, ਹੈ ਸੱਚੀ, ਪਰ ਚੁਭੂਗੀ ਜ਼ਰੂਰ ਹੈ। ਤੇ ਜੇ ਕੋਈ ਬਾਬਾ ਧਾਗੇ ਤੇ ਵੀ ਤੇ ਕਰਕੇ ਦਿੰਦਾ ਨਾ, ਮੰਦੜੇ ਕਰਮਾਂ ਦੇ ਵਿੱਚ ਪਿਆ ਹੋਇਆ ਤੇ ਹੋਰਾਂ ਨੂੰ ਪਾ ਰਿਹਾ, ਅਸੀਂ ਚੁੱਪ ਆ, ਕਹਿੰਦੇ ਕਰੀ ਜਾਣ ਦੋ, ਆਪਾਂ ਕੀ ਲੈਣਾ। ਉੱਥੇ ਸਾਡੀ ਅੰਦਰੋਂ ਆਵਾਜ਼ ਆਈ ਆ, ਗੁਰੂ ਦੀ ਬਾਣੀ ਸੱਚੀ ਨੂੰ ਵਿਚਾਰਨ ਦੇ ਵਾਸਤੇ ਐਂ ਲੱਗੂ ਵੀ ਇਹ ਗੱਲ ਗਲਤ ਆ। ਤੇ ਅਗਲੀ ਬਿਮਾਰੀ ਕੀ ਆ, ਫੋਕਟ ਸ਼ਿੰਗਾਰ। ਅੱਜ ਦੀ ਇਸ ਬਿਮਾਰੀ ਦਾ ਆਪਾਂ ਨਾਮ ਕੀ ਰੱਖਿਆ, ਬਿਨਾਂ ਵਜ੍ਹਾ ਤੋਂ ਸ਼ਿੰਗਾਰ। ਉਹ ਆਪਾਂ ਵੇਖ ਰਹੇ ਹਾਂ, ਸਾਨੂੰ ਨਹੀਂ ਪਤਾ ਲੱਗਿਆ ਸਾਡੇ ਨੌਜਵਾਨ ਬੱਚਿਆਂ ਦੇ ਤੇ ਸਾਡੀਆਂ ਨੌਜਵਾਨ ਬੱਚੀਆਂ ਦੇ ਜੀਵਨ ਵਿੱਚ ਵਾਧੂ ਦਾ ਫੋਕਟ ਤਣ ਦਾ ਸ਼ਿੰਗਾਰ ਕਦੋਂ ਆ ਵੜਿਆ। ਇਹਦੇ ਵਿੱਚ ਨਾ ਨੌਜਵਾਨ ਬੱਚੇ ਘੱਟ ਨੇ ਤੇ ਨਾ ਨੌਜਵਾਨ ਬੱਚੀਆਂ ਘੱਟ ਨੇ। ਵਾਹਿਗੁਰੂ ਭਲਾ ਕਰੇ, ਗੱਲ ਖਰੀ ਆ। ਸਾਨੂੰ ਨਹੀਂ ਪਤਾ ਲੱਗਿਆ ਸਾਡੀਆਂ ਧੀਆਂ ਦੇ ਕਦੋਂ ਨੱਕ ਕੰਨ ਬਿੰਨੇ ਗਏ, ਸਾਨੂੰ ਨਹੀਂ ਪਤਾ ਲੱਗਿਆ ਸਾਡੀਆਂ ਧੀਆਂ ਦੇ ਹੱਥ ਕਦੋਂ ਰੰਗੇ ਗਏ। ਦੱਸੋ ਭਲਾ ਜੇ ਪਤਾ ਲੱਗਿਆ ਤਾਂ। ਜੇ ਪਤਾ ਲੱਗਿਆ ਅਸੀਂ ਚੁੱਪਾਂ, ਸਾਡੀ ਸਹਿਮਤੀ ਆ ਵੀ ਕੋਈ ਗੱਲ ਨਹੀਂ, ਜੋ ਮਰਜ਼ੀ ਹੋਈ ਜਾਵੇ, ਸਾਨੂੰ ਕੀ ਇਤਰਾਜ਼ ਆ। ਪਰ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਇਹ ਤਨ ਨੂੰ ਫੋਕਟ ਸ਼ਿੰਗਾਰ ਦੇ ਸੰਬੰਧ ਵਿੱਚ ਅਸੀਂ ਕਦੇ ਵੀ ਇਤਰਾਜ਼ ਨਹੀਂ ਕੀਤਾ, ਕਦੇ ਵੀ, ਜੋ ਹੁੰਦਾ ਹੋਈ ਜਾਵੇ। ਪਰ ਆਪਾਂ ਦੇਖੋ, ਮੈਂ ਗੱਲ ਨਾ ਫਿਰ ਵੀ ਲੁਕੋ ਰਹਾਂਗਾ, ਮੈਂ ਖੁੱਲ੍ਹ ਕੇ ਨਹੀਂ ਬੋਲ ਰਿਹਾ। ਕਿਉਂ? ਕਿਉਂਕਿ ਕਈ ਵਾਰ ਸਾਡੇ ਦਿਲ ਤੇ ਚੋਟ ਹੋ ਗਈ ਨਾ, ਤੁਸੀਂ ਇਤਰਾਜ਼ ਪੱਕਾ ਕਰ ਦੇਣਾ। ਮਾਫ ਕਰਨਾ, ਵਾਹਿਗੁਰੂ ਨੇ ਮੈਨੂੰ ਵੀ ਧੀ ਦਿੱਤੀ ਹੈ, ਪਤਾ ਨਹੀਂ ਕੱਲ੍ਹ ਨੂੰ ਕਿਹੋ ਜਿਹਾ ਕਰਮ ਹੋਣਾਗਾ। ਪਰ ਅੱਜ ਸਾਨੂੰ ਲੋੜ ਆ ਪਿਆਰ ਵਾਲਿਓ, ਸਾਡੇ ਬੱਚੇ ਬੱਚੀਆਂ ਵੱਲ ਤੱਕਣ ਦੀ। ਨਾ ਪੁੱਤਰੋ, ਤੁਹਾਡੇ ਹੱਥ ਭਈਆਂ ਦੇ ਹੱਥਾਂ ਵਿੱਚ ਨਹੀਂ ਜਾਣੇ ਚਾਹੀਦੇ ਮਹਿੰਦੀ ਲਵਾਉਣ ਦੇ ਚੱਕਰ 'ਚ। ਤੇ ਸਾਡੀ ਧੀ ਵੱਲ ਨਾ ਕੋਈ ਤੱਕ ਵੀ ਲਵੇ, ਸੋਚ ਕੇ ਦੇਖੋ, ਬੰਦੇ ਦਾ ਮਰਨ ਮਾਰਨ ਤੇ ਕੰਮ ਚਲਾ ਜਾਂਦਾ।
ਤੇ ਗੱਲਾਂ ਖਰੀਆਂ ਨੇ। ਕਦੋਂ ਚਲੇ ਗਏ? ਸਰਦਾਰਾਂ ਦੀਆਂ ਧੀਆਂ ਦੇ ਹੱਥ ਬਈਆਂ ਦੇ ਹੱਥਾਂ 'ਚ। ਪਤਾ ਨਹੀਂ ਲੱਗਿਆ ਸਾਨੂੰ। ਆਪਾਂ ਗੱਲ ਪਹਿਲਾਂ ਕਰ ਚੁੱਕੇ ਆ ਵੀ ਸਾਨੂੰ ਪਤਾ ਨਹੀਂ, ਸਾਨੂੰ ਜੱਜਮੈਂਟ ਨਹੀਂ ਹੋਈ ਕਦੋਂ ਅਸੀਂ ਮਾੜੇ ਕਰਮਾਂ ਵਿੱਚ ਫਸ ਗਏ। ਉਹਨਾਂ ਵਿੱਚ ਫਸਣ ਦਾ ਕਾਰਨ ਸਾਡੀ ਸਹਿਮਤੀ ਆ। ਦੇਖੋ ਸੱਚ ਹੈ ਇਹ ਪਿਆਰ ਵਾਲਿਓ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਚੋਂ ਆਪਾਂ ਇੱਕ ਇੱਕ ਗੱਲ ਕਰਨੀ ਆ। ਬੁਰਾ ਨਾ ਮਨਾਇਓ। ਅੰਗ ਨੰਬਰ 358 ਤੇ ਪਾਤਸ਼ਾਹ ਨੇ ਲਿਖਿਆ ਵਾ ਸਾਰਾ ਲਿਖ ਦਿੱਤਾ। ਕਦੋਂ ਸਾਡੀ ਧੀਆਂ ਦੇ ਕੰਨਾਂ ਤੇ ਬਈਆਂ ਦੇ ਅੰਗੂਠੇ ਚਲੇ ਗਏ। ਖਰੀਆਂ ਗੱਲਾਂ ਨਹੀਂ ਗੀਆਂ। ਚਲੋ ਆਓ ਆਪਾਂ ਵਾਪਸ ਪਰਤੀਏ। ਸ਼ਾਇਦ ਇੰਨਾ ਸੱਚ ਹਜਮ ਨਾ ਆਵੇ, ਬਸ ਇਹ ਸਾਰਾ ਹੀ ਕਾਫੀ ਹੈਗਾ। ਤੁਸੀਂ ਸਾਰੇ ਇਸ ਗੱਲ ਨੂੰ ਸਮਝਦੇ ਹੋਗੇ। ਸਮਝਦੇ ਆ ਨਾ ਆਪਾਂ? ਮਾਫ ਕਰਨਾ। ਇੱਕ ਨਾ ਮੈਂ ਗੱਲ ਕਰਨ ਤੋਂ ਪਹਿਲਾਂ ਛੋਟੀ ਜਿਹੀ ਵਿਚਾਰ ਹੋਰ ਕਰ ਦੇਵਾਂ। ਕਹਿੰਦੇ ਇੱਕ ਵਾਰ ਇੱਕ ਬਜ਼ੁਰਗ ਦਾਦੀ, ਪੜਦਾਦੀ ਵੀ ਕਹਿ ਸਕਦੇ ਆਪਾਂ, ਜਿਹੜੀ ਇਹ ਤੁਰੀ ਫਿਰਦੀ ਆ, ਜਿਹਨੇ ਰੌਲਾ ਪਾਇਆ ਤੇ ਰੌਲਾ ਪਾਉਣ ਤੋਂ ਬਾਅਦ ਆਊਟਪੁੱਟ ਉਹਦੀ ਕੁਛ ਨਹੀਂ ਮਿਲੀ। ਦੇਖੋ ਕੁੱਤਾ ਘਰ ਦੇ ਵਿੱਚ ਰੱਖਿਆ ਨਾ, ਕੋਈ ਗੈਰ ਬੰਦਾ ਆਇਆ, ਕੁੱਤਾ ਭੌਂਕਿਆ। ਕੁੱਤੇ ਦੇ ਭੌਂਕਣ ਦੀ ਕਦਰ ਅਸੀਂ ਪਾਈ ਜਾਂ ਨਹੀਂ ਪਾਈ, ਇਹ ਮਾਲਕ ਤੇ ਡਿਪੈਂਡ ਆ। ਪਰ ਕੁੱਤੇ ਨੇ ਆਪਣੀ ਰੋਟੀ ਦਾ ਹੱਕ ਮੋੜਿਆ। ਇੱਕ ਸਮਾਜ ਵਿੱਚ ਰਹਿਣ ਕਰਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਕੂਕਰ ਆ, ਕੁੱਤੇ ਆ। ਹਉ ਕੂਕਰ ਤੇਰਾ ਦਰਬਾਰ। ਅਸੀਂ ਕੂਕਰ ਹੋਣ ਦੇ ਨਾਂ ਤੇ ਬਾਬੇ ਨਾਨਕ ਦੇ ਜੀਵਨ ਦੇ ਸੰਬੰਧ ਵਿੱਚ ਭੌਂਕਣਾ, ਬੋਲਣਾ, ਮੰਨੇ ਭਾਵੇਂ ਕੋਈ ਨਾ ਮੰਨੇ, ਉਹ ਅਗਲੇ ਦੀ ਮਰਜ਼ੀ ਆ। ਕੁੱਤੇ ਨੇ ਦੇਖੋ ਰੋਟੀ ਖਾਧੀ ਆ, ਮੁੱਲ ਮੋੜ ਗਿਆ, ਭੌਂਕਿਆ ਵਿਚਾਰਾ। ਅੱਗੇ ਉਹਨੂੰ ਪਤਾ ਲੱਗ ਗਿਆ ਮੇਰਾ ਮਾਲਕ ਨਹੀਂ ਕੁਛ ਕਹਿੰਦਾ, ਚਲੋ ਕੁਛ ਟਾਈਮ ਬਾਅਦ ਚੁੱਪ ਕਰ ਗਿਆ। ਫਿਰ ਹੋਰ ਬੰਦਾ ਆਇਆ, ਫਿਰ ਭੌਂਕਿਆ। ਜਾਣੀ ਕਿ ਜਦੋਂ ਕਿਸੇ ਪਾਸਿਓਂ ਖੜਕਾ ਹੁੰਦਾ, ਕੁੱਤਾ ਭੌਂਕ ਰਿਹਾ। ਸਾਡਾ ਵੀ ਜੀਵਨ ਐਸਾ ਹੋਣਾ ਚਾਹੀਦਾ, ਜਦੋਂ ਕਿਸੇ ਪਾਸਿਓਂ ਇਦਾਂ ਦੀ ਵਿਚਾਰ ਮਿਲਦੀ ਆ ਤਾਂ ਭੌਂਕਣਾ ਲਾਜ਼ਮੀ ਆ। ਉਹ ਬੜਦਾਦੀ, ਦਾਦੀ ਮਾਂ ਨਾ ਵਿਆਹ ਦੇ ਵਿੱਚ ਚਲੀ ਗਈ। ਹੱਡ ਬੀਤੀ ਗੱਲ ਆ। ਜਦੋਂ ਕਹਿੰਦੀ ਮੈਂ ਚਲੀ ਗਈ ਨਾ ਤੇ ਨਿਗਾਹ ਬਹੁਤੀ ਕਮਜ਼ੋਰ ਵੀ ਨਹੀਂ ਤੇ ਕਮਜ਼ੋਰ ਵੀ ਹੋ ਚੁੱਕੀ ਆ। ਉਮਰ ਦੀ ਲਿਹਾਜ਼ ਨਾਲ ਨਿਗਾਹ ਡਾਊਨ ਵੀ ਪੈ ਗਈ ਤੇ ਬਹੁਤੀ ਕਮਜ਼ੋਰ ਵੀ ਨਹੀਂ। ਸਨਮੁਖ ਸਾਹਮਣੇ ਸਟੇਜ ਤੇ ਜਿੱਥੇ ਆਪਾਂ ਗੱਲ ਕਰਦੇ ਨਾ ਸ਼ਰਾਬੀਆਂ ਦੀ, ਤੇ ਸ਼ਰਾਬੀਆਂ ਨਾਲੋਂ ਆਮ ਬੰਦਾ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦਾ। ਨਸ਼ਾ ਉਹਨੂੰ ਵੀ ਹੁੰਦਾ। ਕਿਸ ਗੱਲ ਦਾ? ਨੱਚਣ ਗਾਉਣ ਦਾ। ਇਉਂ ਕਹਿ ਲੋ ਵੀ ਸਾਹਮਣੇ ਬਹੁਤ ਭਿਆਨਕ ਇੱਕ ਦ੍ਰਿਸ਼ ਬਣਿਆ ਹੋਇਆ ਤੇ ਉਹ ਪੜਦਾਦੀ ਨੂੰ ਉਹਦੀ ਪੋਤ ਨੂੰ ਨੂੰਹ ਧੀ ਬਾਂਹ ਫੜ ਕੇ ਲਗਈ, ਕਹਿੰਦੀ ਆ ਤੂੰ ਵੀ ਸਲਾਮੀ ਪਾ। ਉਹ ਦਾਦੀ ਨੇ ਬੜੀ ਸੋਹਣੀ ਵਾਰਤਾ ਲਿਖੀ ਆ। ਕਹਿੰਦੀ ਮੈਂ ਮੱਥੇ ਤੇ ਹੱਥ ਧਰ ਕੇ ਦੇਖਿਆ, ਕਹਿੰਦੀ ਸਲਾਮੀ ਬਾਅਦ ਚ ਪਾਉਂ। ਕਹਿੰਦੀ ਪੈਂਟਾਂ ਸਲਟਾਂ ਵਾਲੇ ਕਹਿੰਦੀ ਲੜਕੇ ਕੌਣ ਨੇ, ਕਿਹਦੇ ਨੇ ਇਹ, ਦੱਸਗਾ ਭਲਾ ਮੈਨੂੰ। ਮਸਾਂ ਇਕੱਠੇ ਹੋਏ ਆ, ਬੁਲਾ ਲੂੰ ਵਿਚਾਰਿਆਂ ਨੂੰ। ਕਹਿੰਦੀ ਅੱਗੋਂ ਮੇਰੀ ਧੀ ਕਹਿੰਦੀ ਨਾ ਪੋਤ ਨੂੰ ਕਹਿੰਦੀ ਦਾਦੀ ਮਾਂ ਕਹਿੰਦੀ ਇਹ ਲੜਕੇ ਨਹੀਂ, ਇਹ ਤਾਂ ਲੜਕੀਆਂ। ਉਹ ਫਲਾਨੀ ਸਾਡੀ ਮਿੰਦੋ ਦੀ ਆ, ਫਲਾਨੀ ਸਿਮਰੋ ਆ, ਫਲਾਨੀ ਪ੍ਰੀਤੋ ਆ, ਇਹ ਫਲਾਨੀਆਂ ਲੜਕੀਆਂ। ਕਹਿੰਦੀ ਖੋਟ, ਇਹਨਾਂ ਨੂੰ ਕੱਪੜੇ ਪਾਉਣ ਦਾ ਵੀ ਨਹੀਂ ਚੱਜ ਸਿਖਾਇਆ ਕਿਸੇ ਨੇ। ਪੜਦਾਦੀ ਦਾਦੀ ਬੋਲਦੀ ਆ, ਭੌਂਕੀ ਤਾਂ ਜ਼ਰੂਰ ਨਾ ਵਿਚਾਰੀ। ਅੱਛਾ ਕੁੜੇ ਨਾ ਇਹਨਾਂ ਦੇ ਸਿਰ ਤੇ ਚੁੰਨੀਆਂ ਨੇ, ਤੇ ਚੁੰਨੀਆਂ ਕਿੱਧਰ ਗਈਆਂ? ਇੰਨੀ ਆਵਾਜ਼ ਸੁਣ ਕੇ ਇੱਕ ਨੁੱਕਰੇ ਬੈਠਾ ਬਜ਼ੁਰਗ ਬਾਬਾ, ਜਿਹਦੀ ਪੇਸ਼ ਕੋਈ ਨਹੀਂ ਚੱਲ ਰਹੀ ਪਰ ਦੁੱਖ ਬਹੁਤ ਆ ਦਾਦੀ ਮਾਂ ਦੀ ਆਵਾਜ਼ ਸੁਣ ਕੇ ਨਾ ਬਜ਼ੁਰਗ ਬਾਬਾ ਬੋਲਦਾ, ਕਹਿੰਦਾ ਉਰੇ ਆ ਪ੍ਰਸੰਨ ਕੁਰੇ, ਤੈਨੂੰ ਮੈਂ ਦੱਸਦਾ ਵੀ ਇਹ ਚੁੰਨੀਆਂ ਕਿੱਥੇ ਗਈਆਂ। ਦਾਦਾ ਰੋਣ ਵੀ ਲੱਗ ਗਿਆ। ਰੋਣ ਲੱਗ ਗਿਆ ਨਾ। ਜਦੋਂ ਰੋਣ ਲੱਗ ਗਿਆ ਤੇ ਨਾਲੇ ਦੱਸਣ ਲੱਗ ਗਿਆ, ਕਹਿੰਦਾ ਕੁਝ ਤਾਂ ਇਹ ਚੁੰਨੀਆਂ 47 ਦੀ ਵੰਡ 'ਚ ਪਾਕਿਸਤਾਨ ਵਿੱਚ ਰਹਿ ਗਈਆਂ, ਰੁਲ ਗਈਆਂ। ਤੇ ਜਿਨ੍ਹਾਂ ਨੇ ਉਹ 47 ਦੀ ਵੰਡ ਦਾ ਦ੍ਰਿਸ਼ ਵੇਖਿਆ ਉਹਨਾਂ ਨੂੰ ਪਤਾ। ਬਾਪੂ ਬੋਲਦਾ ਨਾ,
ਉਸ ਤੋਂ ਬਾਅਦ ਕੁਝ ਚੁੰਨੀਆਂ 84 ਦੇ ਵਿੱਚ 84 ਦਾ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਸਾਡੀਆਂ ਨੂੰਹਾਂ ਧੀਆਂ ਦੀਆਂ ਚੁੰਨੀਆਂ ਉੱਡ ਗਈਆਂ। ਭਾਰਤੀ ਫੌਜ ਚੁੰਨੀਆਂ ਲਾ ਕੇ ਲੈ ਗਈ। ਦੇਖੋ ਉੱਥੇ ਪੁਆਇੰਟ ਕੀ ਵਰਤਿਆ, ਭਾਰਤੀ ਫੌਜ। ਇਹਦਾ ਮਤਲਬ 84 ਵਿੱਚ ਇੱਜ਼ਤਾਂ ਨੂੰ ਹੱਥ ਪਾਉਣ ਵਾਲੇ ਫੌਜੀ ਵੀ ਨੇ। ਉਹ ਬਜ਼ੁਰਗ ਦੀ ਦਾਸਤਾਨ ਕਹਿੰਦੀ ਆ। ਆ ਜਾ ਹੋਰ ਸੁਣ, ਇਹ ਕੁਝ 84 ਵਿੱਚ ਭਾਰਤੀ ਫੌਜ ਲੈ ਗਏ ਤੇ ਕੁਝ 84 ਵਿੱਚ ਆਮ ਹਿੰਦੂ ਦਰਿੰਦਿਆਂ ਨੇ ਸਾਡੀਆਂ ਸਰਦਾਰਾਂ ਦੀਆਂ ਧੀਆਂ ਤੋਂ ਚੁੰਨੀਆਂ ਉਤਾਰ ਦਿੱਤੀਆਂ। ਮਾਫ ਕਰਨਾ, ਚੁੰਨੀ ਉਤਾਰਨ ਤੋਂ ਭਾਵ ਕੀ ਆ, ਇੱਜ਼ਤ ਲੈ ਜਾਣੀ। ਤੇ ਆਪਾਂ ਮਾਫ ਕਰਨਾ ਪਹਿਲਾਂ ਗੱਲ ਕੀਤੀ ਸੀ ਵੀ ਸ਼ਾਇਦ ਸਾਨੂੰ ਗੱਲ ਖਰੀ ਆ ਤੇ ਸੱਚੀ ਗੱਲ ਆਪਾਂ ਨੂੰ ਪਤਾ ਵੀ ਚੋਟ ਜ਼ਰੂਰ ਕਰ ਜਾਂਦੀ ਆ। ਵਾਹਿਗੁਰੂ ਭਲਾ ਕਰੇ। ਧੀਆਂ ਭੈਣਾਂ ਸਭ ਦੀਆਂ, ਨੌਜਵਾਨ ਬੱਚੇ ਸਭ ਦੇ ਸਾਂਝੇ ਹੁੰਦੇ ਨੇ, ਪਰ ਅੱਜ ਦੇ ਸਮੇਂ 'ਚ ਲੋੜ ਪੈਗੀ ਇਹ ਗੱਲ ਬੋਲਣ ਦੀ ਜਾਂ ਕਹਿਣ ਦੀ। ਗੱਲ ਆਪਣੀ ਸ਼ੁਰੂ ਕਿੱਥੋਂ ਹੋਈ ਸੀ? ਵਰਤਾਂ ਤੋਂ। ਕਰੂਏ ਦਾ ਕੰਮ ਕਦੋਂ ਸ਼ੁਰੂ ਹੋਇਆ, ਕਿਵੇਂ ਹੋਇਆ? ਬਿਨਾਂ ਵਜ੍ਹਾ ਤੋਂ ਅਣ ਹੋਏ ਨਾ ਹੋਏ ਪਤੀਆਂ ਦੇ ਸੋਗ ਮਨਾਉਣੇ ਸ਼ੁਰੂ ਕਰਤੇ। ਅਣ ਹੋਈਆਂ ਕਹਾਣੀਆਂ ਨਾਲ ਜੁੜ ਗਏ, ਅਣ ਹੋਏ ਮਿੱਥੇ ਹੋਏ ਤਿਉਹਾਰਾਂ ਨਾਲ ਜੁੜ ਗਏ। ਅਣ ਹੋਏ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਸਾਡੀਆਂ ਧੀਆਂ ਦੇ, ਸਾਡੇ ਪੁੱਤਾਂ ਦੇ ਹੱਥ ਨੇ ਜਿਹੜੇ ਉਹ ਚੁਟਕੀਆਂ ਵਜਾਉਣ ਲੱਗੇ ਤੇ ਹੱਥ ਨੇ ਜਿਹੜੇ ਉਹ ਭਾਈ ਮੰਦੜੇ ਲੋਕਾਂ ਦੇ ਹੱਥਾਂ 'ਚ ਵਾਗੇ। ਕਦੋਂ ਸਾਡੀਆਂ ਧੀਆਂ ਦੇ ਨੱਕਾਂ ਵਿੱਚ ਗਲੀਆਂ ਕੱਢਣ ਦੇ ਸੰਬੰਧ ਵਿੱਚ ਬਹੁ ਰੂਪੀਆਂ ਦੇ ਹੱਥ ਕੰਨ ਤੇ ਨੱਕ ਤੇ ਚਲੇ ਗਏ, ਪਤਾ ਹੀ ਨਹੀਂ ਲੱਗਿਆ। ਸੋਚ ਕੇ ਦੇਖੋ, ਸਰਦਾਰ ਆਪਾਂ ਤੇ ਸਰਦਾਰਾਂ ਦੀਆਂ ਸਰਦਾਰੀਆਂ ਕਿੱਥੇ ਨੇ? ਗੌਰ ਕਰਕੇ ਦੇਖੋ। ਇੱਥੋਂ ਗੱਲ ਚੱਲੀ ਆ, ਚੁੰਨੀਆਂ ਵੀ ਗਈਆਂ। ਹੁਣ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾਗਾ, ਮਨ ਮੋਤੀ ਜੇ ਗਹਿਣਾ ਹੋਵੇ, ਕਹਿੰਦੇ ਤੂੰ ਮਨ ਨੂੰ ਨਾ ਮੋਤੀ ਬਣਾ ਲਾ। ਪਾਤਸ਼ਾਹ ਕਹਿੰਦੇ ਪਾਉਣ ਹੋਵੇ ਸੂਤ ਧਾਰੀ, ਤੇ ਗਹਿਣੇ ਦੇ ਵਿੱਚ ਸੂਤ ਦੀ ਲੋੜ ਆ ਨਾ, ਤੇ ਆ ਤੁਰਦੀ ਫਿਰਦੀ ਹਵਾ ਨੂੰ ਆਪਣੀ ਜ਼ਿੰਦਗੀ 'ਚ ਪਾਉਣ ਬਣਾ ਲੈ। ਬਾਬੇ ਨਾਨਕ ਨੇ ਗੱਲ ਉੱਥੇ ਲੈ ਕੇ ਆਉਣੀ ਆ। ਆਪਣੀ ਗੱਲ ਸੀ ਜਦੋਂ ਬਜ਼ੁਰਗ ਦੱਸਦਾ ਨਾ, ਤੇ 84 ਦੇ ਦੰਗਿਆਂ ਵਿੱਚ ਬਹੁਤ ਜ਼ਿਆਦਾ ਭਾਰਤੀ ਲੋਕ ਦਰਿੰਦਿਆਂ ਨੇ ਸਰਦਾਰਾਂ ਦੇ ਬੱਚਿਆਂ ਦੀਆਂ ਚੁੰਨੀਆਂ, ਦਸਤਾਰਾਂ ਰੋਲ ਦਿੱਤੀਆਂ। ਫਿਰ ਇਹ ਦਹਿਸ਼ਤਗਰਦੀ 84 ਤੋਂ 94 95 ਤੱਕ ਰੁਲਦੀਆਂ ਰਹੀਆਂ। ਤੇ ਉਹ ਬਜ਼ੁਰਗ ਦਾਦੀ ਹੌਂਕੇ ਲੈਣ ਲੱਗ ਗਈ, ਰੋਣ ਲੱਗ ਗਈ। ਪਤਾ ਤਾਂ ਹੈ ਨਾ। ਹੁਣ ਬਜ਼ੁਰਗ ਬਾਪੂ ਗੱਲ ਦੱਸਦਾਗਾ, ਕਹਿੰਦਾ ਹੋਰ ਸੁਣ, ਹਜੇ ਚੁੱਪ ਨਹੀਂ। ਫਿਰ ਪੰਜਾਬੀ, ਵਾਹਿਗੁਰੂ, ਪੱਛਮੀ ਸੱਭਿਆਚਾਰ ਦੇ ਨਾਂ ਤੇ ਪਤਾ ਨਹੀਂ ਕਦੋਂ ਆ ਸਾਡੇ ਸਮਾਜ ਦੇ ਵਿੱਚ ਲੱਚਰਤਾ ਫੈਲ ਗਈ। ਪਤਾ ਨਹੀਂ ਲੱਗਾ ਸਾਨੂੰ ਕਦੋਂ ਫੈਲ ਗਈ, ਕਦੋਂ ਇਹ ਮੰਦੜੇ ਗੀਤ ਗਾਉਣ ਵਾਲੇ, ਨੱਚਣ ਗਾਉਣ ਵਾਲੇ ਸਾਡੀਆਂ ਧੀਆਂ ਦੀਆਂ ਸਿਰਾਂ ਤੋਂ ਚੁੰਨੀਆਂ ਲਾ ਕੇ ਤੁਰ ਗਏ। ਪਤਾ ਨਹੀਂ ਲੱਗਾ ਸਾਨੂੰ। ਬਿਰਲੀਆਂ ਬਿਰਲੀਆਂ ਕੁੜੇ ਚੁੰਨੀਆਂ ਨੇ ਜਿਹੜੀਆਂ ਬਚੀਆਂ ਨੇ, ਤੇ ਨਹੀਂ ਸਭ ਚੁੰਨੀਆਂ ਉੱਡ ਗਈਆਂ। ਤੇ ਇੱਕ ਗੱਲ ਆਪਾਂ ਹੋਰ ਨਾਲ ਐਡ ਕਰ ਸਕਦੇ ਹਾਂ, ਤੇ ਅੱਜ ਜਿਨ੍ਹਾਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਸਾਡੀਆਂ ਬੱਚੀਆਂ ਪੜ੍ਹਦੀਆਂ ਨੇ, ਮਾੜੀ ਜੀ ਗੌਰ ਕਰਕੇ ਵੇਖਿਓ ਵੀ ਚੁੰਨੀ ਉੱਥੇ ਸਾਡੀ ਧੀ, ਸਾਡੀ ਬੱਚੀ ਲੈਂਦੀ ਆ ਉੱਤੇ ਜਾਂ ਨਹੀਂ ਲੈਂਦੀ। ਗੌਰ ਕਰਿਓ ਮਾੜੀ ਜੀ। ਮਾਡਰਨ ਸਕੂਲਾਂ ਦੇ ਵਿੱਚ ਸਾਡੀਆਂ ਬੱਚੀਆਂ ਦੇ ਸਿਰਾਂ ਤੋਂ ਦਸਤਾਰਾਂ ਲੁਹਾ ਦਿੱਤੀਆਂ, ਚੁੰਨੀਆਂ ਲੁਹਾ ਦਿੱਤੀਆਂ। ਕਾਸ਼ ਜੇ ਕਿਤੇ ਹੈਗੀਆਂ ਨੇ, ਉਹ ਪੱਕੇ ਤੌਰ ਤੇ ਮੋਢੇ ਤੇ ਬੰਨ੍ਹਤੀ ਲੀਰ, ਤੇ ਉਹ ਲੀਰ ਕੁਝ ਪਿੱਛੇ ਲਮਕਾਤੀ, ਉਹ ਆ ਰੂਪ ਚ ਆ। ਤੇ ਪਰ ਚੁੰਨੀ ਦਾ ਮਤਲਬ ਕੀ ਹੁੰਦਾ? ਸਿਰ ਤੋਂ ਲੈ ਕੇ ਪੂਰੇ ਤਨ ਨੂੰ ਕਵਰ ਕਰਨ ਵਾਲਾ 2-2.5 ਮੀਟਰ ਦਾ ਕੱਪੜਾ, ਪੂਰੇ ਤਨ ਨੂੰ ਕਵਰ ਕਰੇ। ਤੇ ਲੋੜ ਪੈਣ ਤੇ ਉਹ ਕੱਪੜਾ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਇੱਜ਼ਤ ਨੂੰ ਢਕਣ ਵਾਲਾ ਕੱਪੜਾ ਬਣ ਜਾਂਦਾ ਹੈਗਾ। ਕਿਤੇ ਬਾਬੇ ਨਾਨਕ ਨੇ ਨਾ ਇਸ ਕੱਪੜੇ ਨੂੰ ਪ੍ਰੇਮ ਰੂਪੀ ਕੱਪੜਾ ਵੀ ਲਿਖਿਆ ਹੈਗਾ। ਪ੍ਰੇਮ ਪਟੋਲਾ ਤੈਸਾ ਦਿੱਤਾ ਢਕਣ ਕੂ ਪਤ ਮੇਰੀ, ਦਾਨਾ ਵੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਫਿਰ ਅਗਲੀ ਗੱਲ, ਜਿੱਥੇ ਗੱਲ ਕੀਤੀ ਸੀ ਨਾ ਪੈਂਟਾਂ ਸਰਟਾਂ ਵਾਲੇ ਨੌਜਵਾਨ, ਉਹ ਬਜ਼ੁਰਗ ਦਾਦੀ ਨੇ, ਮਾਂ ਨੇ, ਤੇ ਉੱਥੇ ਨਾਲ ਇਹ ਸੁਨੇਹਾ ਆਇਆ ਨਾ ਵੀ ਇਹ ਤਾਂ ਕੁੜੀਆਂ ਸਾਡੀਆਂ,
ਇਹ ਕੁੜੀਆਂ ਤੇ ਹੁਣ ਕੁੜੀਆਂ ਕਿੱਧਰ ਨੂੰ ਚਲੀਆਂ ਗਈਆਂ। ਸੱਚ ਇਹ ਆ ਵੀ ਅੱਜ ਸਾਡੀਆਂ ਸਰਦਾਰਾਂ ਦੀਆਂ ਧੀਆਂ, ਸਰਦਾਰਾਂ ਦੇ ਪੁੱਤਾਂ ਨੂੰ ਪਹਿਨਣ ਦਾ ਵੀ ਨਹੀਂ ਪਤਾ ਲੱਗਿਆ। ਗੱਲ ਸ਼ਿੰਗਾਰ ਤੇ ਚੱਲਦੀ ਸੀ, ਅੱਜ ਸਾੜੀਆਂ ਤੇ ਮੁੜਾਈਆਂ ਸਾਡੀਆਂ ਧੀਆਂ। ਅੱਛਾ, ਜਿਹੜੀ ਭੈਣ ਨਾਲ ਦੇਖੋ ਆਪਣਾ ਸੁਭਾਅ ਕੁਦਰਤੀ, ਤੁਸੀਂ ਮੇਰੇ ਸੁਭਾਅ ਬਾਰੇ ਜਾਣਦੇ ਹੋ, ਮੈਂ ਤੁਹਾਡੇ ਬਾਰੇ ਜਾਣਦਾ। ਆਪਾਂ ਹਰ ਗੱਲ ਨੂੰ ਪ੍ਰਸ਼ਨ ਦੇ ਰੂਪ ਵਿੱਚ ਵਰਤਣਾ ਹੁੰਦਾ। ਜਿਹੜੀ ਸਰਦਾਰਾਂ ਦੀ ਜਿਹੜੀ ਧੀ ਦੇ ਪਿੱਛੇ ਕੌਰ ਲੱਗਦਾ, ਬਸ ਗੱਲ ਖਤਮ ਆ। ਜਿਹਦੇ ਪਿੱਛੇ ਕੌਰ ਨਹੀਂ ਲੱਗਦਾ ਉਹ ਜੋ ਮਰਜ਼ੀ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹਦੇ ਪਿੱਛੇ ਕੌਰ ਲੱਗਦਾ ਨਾ, ਇੱਕ ਗੱਲ ਪੁੱਛਿਓ, ਧੀਏ ਤੂੰ ਸਾੜੀ ਪਹਿਨੀ ਆ, ਤੈਨੂੰ ਪਤਾ ਇਹ ਕਦੋਂ ਸ਼ੁਰੂ ਹੋਈ ਸੀ? ਦੱਸਗਾ ਭਲਾ ਕਦੋਂ ਸ਼ੁਰੂ ਹੋਈ ਸੀ ਜੇ ਤੈਨੂੰ ਪਤਾ ਗਾ? ਜੇ ਦੱਸ ਦੇ ਤਾਂ ਆਪਾਂ ਸ਼ਾਬਾਸ਼ੇ ਦੇਵਾਂਗੇ। ਮਾਫ ਕਰਨਾ, ਨਹੀਂ ਪਤਾ, ਪਰ ਇਹਨੂੰ ਕੀ ਕਿਹਾ ਜਾਂਦਾ ਗਾ? ਇੱਕ ਰੀਸ, ਇੱਕ ਲਾਈ ਲੱਗ ਪੁਣਾ। ਤੇ ਜੋ ਗੁਰੂ ਨੇ ਬਖਸ਼ਿਸ਼ ਕੀਤਾ ਉਹ ਪਹਿਰਾਵਾ ਕਦੇ ਬੀਬੀ ਉਪਕਾਰ ਕੌਰ ਤੋਂ ਪੁੱਛੋ, ਬੀਬੀ ਹਰਸ਼ਰਨ ਕੌਰ ਤੋਂ ਪੁੱਛੋ, ਮਾਤਾ ਭਾਗ ਕੌਰ ਤੋਂ ਪੁੱਛੋ, ਮਾਤਾ ਗੁਜਰ ਕੌਰ ਤੋਂ ਪੁੱਛੋ, ਮਾਤਾ ਤ੍ਰਿਪਤਾ ਤੋਂ ਪੁੱਛੋ, ਮਾਤਾ ਬੀਬੀ ਨਾਨਕੀ ਤੋਂ ਪੁੱਛੋ, ਮਾਤਾ ਗੰਗਾ ਤੋਂ ਪੁੱਛੋ ਜੇ ਪੁੱਛਣਾਗਾ। ਤੇ ਅੱਜ ਕਿਹਨੂੰ ਪੁੱਛਦੇ ਆਪਾਂ? ਗੌਰ ਕਰਕੇ ਦੇਖੋ। ਸੋ ਗੁਰੂ ਕਿਰਪਾ ਕਰੇ ਆਪਾਂ ਵਾਪਸ ਮੁੜ ਗਏ। ਥੋੜੀ ਜੀ ਵਿਚਾਰ ਇੱਥੇ ਸੀ ਵੀ ਚੁੰਨੀਆਂ ਸਾਡੇ ਸਿਰਾਂ ਤੋਂ, ਦਸਤਾਰਾਂ ਸਾਡੇ ਸਿਰਾਂ ਤੋਂ ਉੱਡ ਗਈਆਂ। 47, 84, 84 ਤੋਂ 95, 95 ਤੋਂ ਬਾਅਦ ਸੱਭਿਆਚਾਰ ਦੇ ਨਾਂ ਤੇ ਸਾਡੇ ਸਮਾਜ ਦੇ ਵਿੱਚ ਜਿੰਨਾ ਗੀਤਕਾਰਾਂ ਨੇ, ਇਹ ਗਾਇਕਾਂ ਨੇ ਘਾਣ ਕੀਤਾ, ਉਹਨਾਂ ਕਿਸੇ ਨੇ ਨਹੀਂ ਕੀਤਾ। ਉਦੋਂ ਗਾਹਾਂ ਜੋ ਆਪਾਂ ਵੇਖਦੇ ਹਾਂ ਉਹ ਸਾਰਾ ਆਪਾਂ ਨੂੰ ਪਤਾ। ਨਾਲ ਨਾਲ ਗੱਲ ਚੱਲੀ ਸੀ ਸ਼ਿੰਗਾਰ ਦੀ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਆਪਣੇ ਜੀਵਨ 'ਚ ਗੁਰੂ ਦੀ ਪਾਵਨ ਬਾਣੀ ਨਾਲ ਮਨ ਨੂੰ ਜੋੜ, ਗਹਿਣਾ ਬਣਾ ਮਨ ਦੇ ਸ਼ੁਭ ਵਿਚਾਰਾਂ ਨੂੰ। ਤੇ ਪਾਉਣ ਹਵਾ ਮਤਲਬ ਸਵਾਸ, ਸਵਾਸਾਂ ਦੇ ਤਾਗੇ ਨਾਲ ਮੜਦੇ ਤੇ ਫਿਰ ਜ਼ਿੰਦਗੀ ਸਵੱਸ ਬਣੇਗੀ। ਖਿਮਾ ਸ਼ਿੰਗਾਰ ਅੱਗੇ ਕਹਿੰਦੇ ਨੇ, ਕਾਮਣ ਤਨ ਪਹਿਰੇ ਰਾਵੈ ਲਾਲ ਪਿਆਰੀ। ਜੇ ਤੂੰ ਆਪਣੀ ਜ਼ਿੰਦਗੀ 'ਚ ਖਿਮਾ ਮਤਲਬ ਆਪਣੇ ਆਪ ਨੂੰ ਖਿਮਾ ਦੇ ਰੂਪ ਗਹਿਣੇ ਨੂੰ ਲਿਆ ਮੈਂ ਨਾ ਆਪਣੀ ਜ਼ਿੰਦਗੀ 'ਚ, ਖਿਮਾ ਸ਼ਿੰਗਾਰ ਕਾਮਣ ਔਰਤ, ਤਨ ਪਹਿਰੇ ਰਾਵੈ ਲਾਲ ਪਿਆਰੀ, ਫਿਰ ਤੂੰ ਆਪਣੇ ਲਾਲ ਨੂੰ ਪ੍ਰਮਾਤਮਾ ਨੂੰ ਮਿਲ ਜਾਵੇਂਗੀ। ਸੋਹਣਾ ਤਰੀਕਾ ਦੱਸਿਆ ਪਾਤਸ਼ਾਹ ਨੇ। ਲਾਲ ਬੋ ਗੁਣ ਕਾਮਣ ਮੋਹੀ, ਤੂੰ ਮਾਲਕ ਦੇ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਰਚਾ ਲੈ। ਮੋਹੀ ਫਿਰ ਕੀ ਆ? ਤੇਰੇ ਗੁਣ ਹੋ ਹੈ ਨਾਮ ਬਰੀ ਰਹਾਉ। ਤੇ ਗੁਰੂ ਦੇ ਗੁਣ ਐਦਾਂ ਦੇ ਨੇ, ਜਾਣੀ ਕਿ ਗੁਰੂ ਕੋਲੋਂ ਜਿਹੜਾ ਸ਼ਿੰਗਾਰ ਮਿਲਦਾ ਨਾ, ਉਹ ਇਦਾਂ ਦਾ ਸ਼ਿੰਗਾਰ ਆ ਜਿਹਦੇ ਵਿੱਚ ਸਾਡਾ ਲੋਕ ਵੀ ਸੁਖੀ ਆ ਤੇ ਪਰਲੋਕ ਵੀ ਸੁਹੇਲਾ ਗਾ। ਗੁਰੂ ਨਾਨਕ ਪਾਤਸ਼ਾਹ ਤੋਂ ਗੁਣਾਂ ਦਾ ਸ਼ਿੰਗਾਰ ਕਰਕੇ ਨਾ ਫਿਰ ਸਾਡੀ ਜ਼ਿੰਦਗੀ ਸਵੱਛ ਬਣਦੀ ਆ, ਵਧੀਆ ਬਣਦੀ, ਜਿਹਨੂੰ ਆਪਾਂ ਕਹਿ ਲਈਏ। ਪਰ ਇੱਕ ਗੱਲ ਚੇਤੇ ਰੱਖਿਓ, ਗੀਤਕਾਰਾਂ ਦੇ ਗੀਤਾਂ ਨੇ ਕਦੇ ਕੋਈ ਦੇਣ ਨਹੀਂ ਦਿੱਤੀ ਸਾਡੇ ਸਮਾਜ ਨੂੰ, ਕਦੇ ਲੱਚਰਤਾ ਨੇ ਦੇਣ ਨਹੀਂ ਦਿੱਤੀ। ਉਹਨਾਂ ਦਾ ਪਰਉਪਕਾਰੀ ਕੰਮ ਕੀ ਹੈ ਵਿੱਚ? ਜਿੰਨਾ ਕੁ ਕੀਤਾ ਉਹਨਾਂ ਨੇ ਨੁਕਸਾਨ ਕੀਤਾ ਗਾ, ਪਰ ਗੁਰੂ ਦੀ ਇੱਕ ਇੱਕ ਸ਼ਬਦਾਵਲੀ ਨੇ ਸਾਡਾ ਭਲਾ ਕੀਤਾ ਗਾ। ਭਲਾ ਕੀਤਾ ਨਾ, ਤੇ ਗੁਰੂ ਨੇ ਸਾਡੇ ਇਤਿਹਾਸ 'ਚ ਹੀ ਦੱਸਤਾ ਵੀ ਕਿੰਨਾ ਸੋਹਣਾ। ਦਸਤਾਰ ਬਦਲੇ, ਚੁੰਨੀ ਬਦਲੇ ਭਾਈ। ਇੱਥੇ ਨਾ ਮੌਤਾਂ ਵੀ ਹੋ ਜਾਂਦੀਆਂ ਜਿਨ੍ਹਾਂ ਨੂੰ ਚੁੰਨੀ ਦਾ, ਦਸਤਾਰ ਦਾ, ਪੱਗ ਦੇ ਕਰਤਾਰ ਦਾ ਪਤਾ ਗਾ, ਜਿਨ੍ਹਾਂ ਨੂੰ ਪਤਾ ਗਾ। ਮਾਫ ਕਰਨ, ਦੂਜੀ ਗੱਲ ਆਪਾਂ ਇਹ ਵੀ ਕਹਿ ਦਈਏ, ਅੱਜ ਜਿਹੜੀ ਪੱਗ ਆ ਨਾ, ਠੀਕ ਆ ਵੀ ਪੱਗ ਬੰਨੀ ਜਾ ਰਹੀ ਆ, ਪਰ ਗੁਰੂ ਚੇਤਾ ਕਰੇ ਸਾਨੂੰ ਪੱਗ ਦੇ ਗੁਣਾਂ ਦਾ ਹੀ ਪਤਾ ਹੋਣਾ ਚਾਹੀਦਾ। ਕਈ ਵਾਰ ਪੱਗ ਫੈਸ਼ਨ ਪ੍ਰਸਤੀ ਦੇ ਵਿੱਚ ਆਈ ਹੋਈ ਹੈ ਨਾ, ਤੇ ਇਹ ਫੈਸ਼ਨ ਸਾਡਾ ਨੁਕਸਾਨ ਕਰਦਾ ਗਾ। ਜਦੋਂ ਸਾਨੂੰ ਇਹਦੇ ਬਾਰੇ ਪਤਾ ਨਹੀਂ ਨਾ, ਪੱਗ ਹੈ ਜਾਣੀ ਕਿਉਂ ਕਹਿ ਲੋ, ਦਸਤਾਰ ਹੈ, ਕਰਤਾਰ ਨਹੀਂ ਹੈ। ਤੇ ਜੇ ਦਸਤਾਰ ਆ ਨਾ, ਕਰਤਾਰ ਨਹੀਂ ਹੈ, ਤਾਂ ਫਿਰ ਦਸਤਾਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਦਸਤਾਰ ਤੋਂ ਪਹਿਲਾਂ ਕਰਤਾਰ ਹੋਣਾ ਜ਼ਰੂਰੀ ਆ। ਦੁਪੱਟੇ, ਚੁੰਨੀ ਤੋਂ ਪਹਿਲਾਂ ਚੁੰਨੀ ਦੇ ਗੁਣਾਂ ਦਾ ਪਤਾ ਹੋਣਾ ਜ਼ਰੂਰੀ ਆ। ਆਪਣੀ ਵਿਚਾਰੇ ਚੱਲਦੀ ਆ। ਕਿਸੇ ਕਵੀ ਨੇ ਦੋ ਕਲੈਣਾਂ ਵੀ ਲਿਖੀਆਂ ਨੇਗੀਆਂ। ਕੀ ਲਿਖਿਆ ਗਾ? ਉਹਨੇ ਭੈਣ ਦੇ ਸੰਬੰਧ ਵਿੱਚ ਆਵਾਜ਼ ਬੁਲੰਦ ਕੀਤੀ ਆ, ਕਹਿੰਦਾ ਜਿਹੜੀ ਭੈਣ ਨਾ ਆਪਣੇ ਤਨ ਤੇ, ਆਪਣੇ ਸਿਰ ਤੇ ਚੁੰਨੀ ਨਹੀਂ ਰੱਖ ਸਕਦੀ, ਉਹਨੇ ਕੁਲਾਂਭਾ ਦਿੱਤਾ ਸਾਡੇ ਸਮਾਜ ਨੂੰ, ਖਾਸ ਕਰਕੇ ਸਿੱਖਾਂ ਦੇ ਬੱਚਿਆਂ ਬੱਚੀਆਂ ਨੂੰ।
ਜਿਹੜੀ ਭੈਣ ਸਿਰ ਤੇ ਚੁੰਨੀ ਨਹੀਂ ਰੱਖ ਸਕਦੀ ਨਾ, ਫਿਰ ਉੱਥੇ ਉਹ ਕਵੀ ਲਿਖਦਾ ਗਾ, ਕਹਿੰਦਾ ਤੂੰ ਹੱਥ ਵਿੱਚ ਕਦੇ ਕਿਰਪਾਨ ਨਹੀਂ ਫੜ ਸਕਦੀ ਗੀ, ਚੁੰਨੀ ਦਾ ਭਾਰ ਨਹੀਂ ਸਹਿ ਸਕਦੀ ਕਿ ਹੱਥ ਤਲਵਾਰ ਉਠਾਵੇਂਗੀ। ਤੇ ਵਾਕਈ ਸੱਚ ਆ, ਜੇ ਚੁੰਨੀ ਦਾ ਵਜਨ ਲੱਗਦਾ ਨਾ ਤੇ ਹੱਥਾਂ ਵਿੱਚ ਕਦੇ ਕਿਰਪਾਨਾਂ ਨਹੀਂ ਆ ਸਕਦੀਆਂ। ਚਲੋ ਉਹਨੇ ਚਾਹੇ ਕਿਰਪਾਨ ਦਾ ਤਲਵਾਰ ਦਾ ਜ਼ਿਕਰ ਕਰ ਦਿੱਤਾ, ਪਰ ਆਪਾਂ ਉਸ ਕਿਰਪਾਨ ਤਲਵਾਰ ਨੂੰ ਕਿਸੇ ਰੂਪ ਵਿੱਚ ਬਦਲਣਾ। ਖੜਗ ਖੜਗ ਕੇਤ ਮੈਂ ਸ਼ਰਨ ਤਿਹਾਰੀ, ਤੇਰੀ ਸ਼ਰਨ ਵਿੱਚੋਂ ਮੈਨੂੰ ਖੜਗ ਮਿਲ ਗਈ, ਇੱਕ ਕਿਰਪਾਨ ਮਿਲ ਗਈ। ਉਹ ਕਿਹੜੀ? ਭਾਵ ਗੁਰਬਾਣੀ ਦੀ ਵਿਚਾਰ। ਆਪਾਂ ਪਿਛਲੇ ਦਿਨਾਂ ਦੇ ਵਿੱਚ ਕਈ ਵਿਚਾਰ ਕੀਤੀ ਸੀ ਸਮਾਗਮ ਦੇ ਵਿੱਚ ਵੀ, ਗੁਰੂ ਨਾਨਕ ਸਾਹਿਬ ਨੇ ਜਿੱਥੇ ਗਿਆਨ ਦੀਆਂ ਕਿਰਪਾਨਾਂ ਵੰਡੀਆਂ ਨਾ, ਆਪਾਂ ਬੱਚਿਆਂ ਨੂੰ ਪ੍ਰਸ਼ਨ ਕੀਤਾ ਸੀ ਨਾ ਵੀ ਇੱਕ ਤਾਂ ਗੁਰੂ ਨਾਨਕ ਸਾਹਿਬ ਕੋਲੇ ਪੁੱਤ ਐ ਦੱਸੋ ਵੀ ਸ਼ਸਤਰ ਕਿਹੜਾ ਹੁੰਦਾ ਸੀ? ਵੈਸੇ ਤਾਂ ਉੱਥੇ ਸਾਰੇ ਚੁੱਪ ਕਰ ਗਏ ਸੀ ਜਿਨ੍ਹਾਂ ਨੂੰ ਸਵਾਲ ਕੀਤਾ ਸੀ ਆਪਾਂ ਵੀ ਗੁਰੂ ਨਾਨਕ ਸਾਹਿਬ ਕੋਲ ਤਾਂ ਸ਼ਸਤਰ ਹੀ ਨਹੀਂ ਸੀ ਕੋਈ ਹੈਗਾ। ਸਾਡੇ ਸਾਰਿਆਂ ਦੇ, ਤੁਹਾਡੇ ਧਿਆਨ 'ਚ ਵੀ ਮੇਰੇ ਧਿਆਨ 'ਚ ਵੀ ਇਹੀ ਆਊਗਾ ਵੀ ਨਾ। ਫਿਰ ਉਸ ਤੋਂ ਬਾਅਦ ਜਦੋਂ ਭਾਈ ਗੁਰਦਾਸ ਕੋਲੇ ਗਏ ਨਾ, ਵੀ ਉਹਨਾਂ ਨੂੰ ਪੁੱਛਿਆ ਜਾ ਕੇ ਵੀ ਤੁਸੀਂ ਦੱਸ ਦਿਓ ਵੀ ਗੁਰੂ ਨਾਨਕ ਸਾਹਿਬ ਕੋਲੇ ਕਿਹੜਾ ਸ਼ਸਤਰ ਸੀ, ਤੇ ਭਾਈ ਗੁਰਦਾਸ ਨੇ ਦੱਸਤਾ। ਭਾਈ ਗੁਰਦਾਸ ਜੀ ਕੀ ਕਹਿੰਦੇ ਨੇ? ਕਹਿੰਦੇ ਗੁਰੂ ਨਾਨਕ ਸਾਹਿਬ ਕੋਲੇ ਨਾ ਡਾਂਗ ਹੁੰਦੀ ਸੀ 24 ਘੰਟੇ, ਤੇ ਡਾਂਗ ਦਾ ਬਦਲਵਾਂ ਰੂਪ ਡੰਡਾ, ਤੇ ਡੰਡੇ ਦਾ ਬਦਲਵਾਂ ਰੂਪ ਗੱਤਕਾ, ਗੱਤਕੇ ਦਾ ਬਦਲਵਾਂ ਰੂਪ ਕੁੱਤਕਾ, ਡਾਂਗ। ਗੱਲ ਫਿਰ ਮੁੜ ਕੇ ਡਾਂਗ ਤੇ ਆ ਗਈ। ਤੇ ਭਾਈ ਗੁਰਦਾਸ ਨੇ ਕੀ ਲਿਖਿਆ? ਆਛਾ ਹੱਥ, ਜਾਣੀ ਕਿ ਡਾਂਗ ਹੱਥ 'ਚ, ਕਿਤਾਬ ਕੱਛ, ਤੇ ਜਿਹੜੀ ਕਿਤਾਬ ਆ ਪੋਥੀ, ਇਉਂ ਕਹ ਲਓ ਜੋ ਗੁਰੂ ਨਾਨਕ ਸਾਹਿਬ ਚੰਗੇ ਚੰਗੇ ਵਿਚਾਰ ਆਉਂਦੇ ਸੀ ਨਾ, ਉਹਨਾਂ ਵਿਚਾਰਾਂ ਨੂੰ ਨੋਟ ਕਰਦੇ ਸੀ, ਲਿਖਦੇ ਸੀ, ਤੇ ਉਹ ਕਾਪੀ ਪੈਨ ਸਿਆਹੀ ਕਲਮ ਦਵਾਤ ਜੋ ਵੀ ਸੀ ਉਹ ਆਪਣੀ ਕੱਛ 'ਚ ਝੋਲਾ ਪਾ ਕੇ ਰੱਖਦੇ ਸੀ। ਮੋਢੇ ਝੋਲਾ ਪਾ ਲਿਆ ਤੇ ਬੁੱਕ ਕਿੱਥੇ ਵਗ ਗਈ? ਕੱਛ 'ਚ। ਆਸਾ ਹੱਥ ਕਿਤਾਬ ਕੱਛ। ਅਗਲਾ ਸਵਾਲ ਵੀ ਗੁਰੂ ਨਾਨਕ ਸਾਹਿਬ ਨੇ ਕਿਤੇ ਕੁਛ ਵੰਡਿਆ ਵੀ ਸੀ? ਬਾਬਾ ਨਾਨਕ ਜਿੱਥੇ ਲੋੜ ਪੈਂਦੀ ਸੀ ਨਾ ਉੱਥੇ ਡਾਂਗ ਵੀ ਵੰਡ ਦਿੰਦੇ ਸੀ, ਜਾਣੀ ਕਿ ਕਿਰਪਾਨ ਵੀ ਵੰਡ ਦਿੰਦੇ ਸੀ। ਤੇ ਆਪਾਂ ਨੂੰ ਪਤਾ ਗੁਰੂ ਨਾਨਕ ਸਾਹਿਬ ਨੇ ਨਾ ਆਪਣੇ ਪਿਆਰੇ ਗੁਰਸਿੱਖਾਂ ਨੂੰ ਵਰਸ਼ਾ ਵੀ ਵੰਡਿਆ ਸੀ, ਜਾਣੀ ਕਿ ਵਰਸ਼ਿਆਂ ਦੀ ਵੰਡ ਵੀ ਕੀਤੀ ਸੀ ਬਾਬਾ ਨਾਨਕ। ਇਹਦਾ ਬਦਲਵਾਂ ਰੂਪ ਡਾਂਗ ਦਾ ਵਰਸ਼ਾ ਵੀ ਆਪਣੇ ਹੱਥ 'ਚ ਰੱਖਦੇ ਸੀ, ਵਰਸ਼ਾ ਰੱਖਦੇ ਸੀ ਬਾਬਾ ਨਾਨਕ। ਤੇ ਹੁਣ ਸੋਚ ਕੇ ਦੇਖੋ, ਵੰਡਦਾ ਵੀ ਸੀ ਜਿੱਥੇ ਲੋੜ ਸੀ, ਆ ਰੱਖ ਭਾਈ ਵਰਸ਼ਾ ਰੱਖ, ਸਿੱਖਾ ਸਾਂਭ ਕੇ, ਲੋੜ ਪੈ ਜੂ ਇਹਦੀ, ਡਾਂਗ ਸਾਂਭ ਕੇ ਰੱਖ, ਲੋੜ ਪੈ ਜੂ ਇਹਦੀ। ਜਿੱਥੇ ਗਿਆਨ ਦੀ ਕਿਰਪਾਨ ਵੰਡੀ ਆ ਨਾ, ਉੱਥੇ ਬਾਬੇ ਨਾਨਕ ਨੇ ਸ਼ਸਤਰ ਵੀ ਵੰਡੇ ਨੇ। ਜਿਹੜੇ ਕਵੀ ਨੇ ਬੋਲ ਬੋਲਿਆ, ਉਹਨਾਂ ਬੋਲਾਂ ਨੂੰ ਕਲੀਅਰ ਕੀਤਾ ਆਪਾਂ ਵੀ ਇੱਥੇ ਕਵੀ ਇਹ ਨਹੀਂ ਕਹਿੰਦਾ ਵੀ ਹੱਥ 'ਚ ਕਿਰਪਾਨ ਹੀ ਰੱਖਣੀ ਆ, ਵੱਢ ਦੇ ਜਿਹੜਾ ਕੋਈ ਮੂਹਰੇ ਟੱਕਰ ਗਿਆ ਨਾ। ਭਾਵ ਕੀ ਆ? ਗਿਆਨ ਹੋਣਾ ਜ਼ਰੂਰੀ ਆ। ਸਾਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਆ, ਧੀਏ ਜਿਹੜੀ ਗੱਲ ਆਪਣੀ ਚੱਲਦੀ ਆ ਨਾ, ਚੁੰਨੀ ਨੂੰ ਸੰਭਾਲ। ਧੀਏ ਤੇਰੇ ਹੱਥ ਕਿੱਥੇ ਵਗ ਗਏ? ਇਹ ਹੱਥ ਨਾ ਬਾਪੂ ਦੇ ਹੱਥ 'ਚ ਹੋਣਾ ਚਾਹੀਦਾ ਸੀ, ਇਹ ਹੱਥ ਨਾ ਬੇਬੇ ਦੇ ਹੱਥ ਵਿੱਚ ਹੋਣਾ ਚਾਹੀਦਾ ਸੀ। ਚਲੋ ਬੇਬੇ ਦੇ ਹੱਥ ਵਿੱਚ ਜਾਂ ਬਾਪੂ ਦੇ ਹੱਥ ਵਿੱਚ ਤੋਂ ਭਾਵ ਕੀ ਆ? ਵੀ ਬੇਬੇ ਬਾਪੂ ਦੀ ਸਿੱਖਿਆ ਤੇਰੇ ਜੀਵਨ 'ਚ ਆਉਣੀ ਚਾਹੀਦੀ। ਸਭ ਤੋਂ ਵੱਡਾ ਬੇਬੇ ਬਾਪੂ ਗੁਰੂ ਗ੍ਰੰਥ ਸਾਹਿਬ ਆ। ਤੇ ਹੁਣ ਹੱਥ ਕਿੱਥੇ ਵਗ ਗਿਆ? ਯੂਪੀ ਵਾਲੇ ਭਈਆਂ ਦੇ ਹੱਥਾਂ 'ਚ। ਸੱਚੀਆਂ ਗੱਲਾਂ ਨੇ, ਆਪਾਂ ਆਰੰਭਤਾ ਦੇ ਵਿੱਚ ਕੀਤੀ ਸੀ, ਦੁੱਖ ਲੱਗੂਗਾ ਪਰ ਸੁਣ ਕੇ ਹਜਮ ਜ਼ਰੂਰ ਕਰਿਓ। ਸਾਡੀਆਂ ਨੂੰਹਾਂ, ਸਾਡੀਆਂ ਧੀਆਂ ਦੇ ਹੱਥ ਕਿੱਥੇ ਨੇ? ਮਹਿੰਦੀ ਦੇ ਡਿਜ਼ਾਈਨ ਪਵਾਉਣ ਲੱਗੀਆਂ ਕਿਹੜੇ ਬਾਜ਼ਾਰਾਂ 'ਚ ਘੁੰਮਦੀਆਂ ਫਿਰਦੀਆਂ ਸਿੱਖਾਂ ਦੀਆਂ ਧੀਆਂ? ਗੌਰ ਕਰੋ ਮੜੀ ਜੀ। ਸਾਡੀ ਕਿਸੇ ਦੀ ਹਿੰਮਤ ਨਹੀਂ ਵੀ ਸਾਡੀ ਧੀ ਨੂੰ ਕੋਈ ਟੱਚ ਕਰ ਜੇ, ਉਂਗਲ ਲਾ ਜੇ। ਸੱਚੀਆਂ ਗੱਲਾਂ ਨੇ, ਪਰ ਉਹਨਾਂ ਦੇ ਕੰਨਾਂ ਤੇ ਭਈਆਂ ਦੇ ਹੱਥ ਚਲੇ ਗਏ, ਨੱਕ ਤੇ ਭਈਆਂ ਦੇ ਹੱਥ ਚਲੇ ਗਏ। ਖਰੀਆਂ ਗੱਲਾਂ ਨੇ, ਮਾਫ ਕਰਨਾ, ਮੁੜੋ ਭਾਈ ਪਿੱਛੇ, ਇਹ ਲੋੜ ਨਹੀਂ ਹੈ ਇੱਧਰ ਜਾਣ ਦੀ। ਆਪਾਂ ਨੂੰ ਆਪਣਾ ਸੱਭਿਆਚਾਰ, ਆਪਣਾ ਵਿਰਸਾ, ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਆਗਾ, ਗੁਰੂ ਕਿਰਪਾ ਕਰੇ। ਇੱਥੇ ਬਾਬੇ ਨਾਨਕ ਨੇ 358 ਨੰਬਰ ਪੰਨੇ ਤੇ ਲਿਖਿਆ, ਕੀ ਲਿਖਿਆਗਾ? ਪਾਤਸ਼ਾਹ ਜੀ ਕਹਿੰਦੇ ਹਰ ਹਰ ਹਾਰ ਕੰਠ ਲੈ ਪਹਿਰੈ, ਗਲੇ 'ਚ ਕੰਠ ਹਾਰ ਪਾ ਤੂੰ ਕਿਹੜਾ ਪਾਉਣਾਗਾ? ਨਾਲੇ ਵੀ ਦੱਸਤਾ ਹਰ ਹਰ ਹਾਰ। ਹਰ ਹਰ ਵਾਹਿਗੁਰੂ ਦਾ ਨਾਮ। ਜਿਵੇਂ ਆਪਾਂ ਇੱਥੇ ਹਰ ਹਰ ਦੀ ਗੱਲ ਕੀਤੀ ਆ, ਆਪਾਂ ਵਾਹਿਗੁਰੂ ਵਾਹਿਗੁਰੂ ਵੀ ਕਹਿ ਸਕਦੇ ਹਾਂ, ਆਪਾਂ ਰਾਮ ਰਾਮ ਵੀ ਕਹਿ ਸਕਦੇ ਹਾਂ, ਆਪਾਂ ਸਤਨਾਮ ਵੀ ਕਹਿ ਸਕਦੇ ਹਾਂ। ਜਪ ਮਨ ਸਤਨਾਮ ਸਦਾ ਸਤਨਾਮ। ਇੱਥੇ ਕੀ ਕਿਹਾ? ਹਰ ਹਰ ਹਾਰ ਕੰਠ ਲੈ ਪਹਿਰੈ, ਗਲ ਦੇ ਵਿੱਚ ਪਾਲਾ ਭਾਈ। ਦੂਜੇ ਹਾਰ ਕੱਢ ਦੇ, ਕੀ ਕਰਾਉਣਾ ਉਹਨਾਂ ਤੋਂ?
ਬਖਸ਼ਿਸ਼ ਕਰੇ ਮਾਲਕ। ਆਪਾਂ ਵਾਪਸ ਮੁੜ ਗਏ। ਫਿਰ ਪਾਤਸ਼ਾਹ ਕਹਿੰਦੇ ਨੇ ਦਾਮੋਦਰ ਦੰਤ ਲਈ। ਦੇਖੋ ਅੱਜ ਦੇ ਸਮੇਂ 'ਚ ਜਿਹਨੂੰ ਗੱਲ ਨੂੰ ਉਲਟਾ ਕੇ ਮੈਂ ਲੈ ਕੇ ਆਉਂਗਾ ਨਾ, ਮੈਨੂੰ ਪੱਕਾ ਪਤਾ ਤੁਸੀਂ ਮੇਰੇ ਮਗਰ ਪੈ ਜਾਓਗੇ। ਪਰ ਮੈਂ ਇੱਥੇ ਸੰਕੋਚ ਕੇ ਕੀ ਕਹੂੰਗਾ, ਬਾਬੇ ਨਾਨਕ ਨੇ ਮੂੰਹ ਦੀ ਗੱਲ ਕੀਤੀ ਆ, ਦੰਦਾਂ ਦੀ ਗੱਲ ਕੀਤੀ ਆ। ਕਿਹੋ ਜਿਹਾਂ ਦੀ ਕੀਤੀ ਆ? ਉਹ ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰੇ ਦੰਦਾਂ ਹੇਠ ਨਾ ਰੱਬੀ ਭਜਨ ਆਉਣਾ ਚਾਹੀਦਾ। ਜਿੱਥੇ ਦੰਦਾਂ ਹੇਠ ਭੋਜਨ ਆਉਂਦਾ ਨਾ, ਇੱਥੇ ਰੱਬੀ ਭਜਨ ਆਉਣਾ ਚਾਹੀਦਾ ਗਾ। ਤੇ ਇਹਨਾਂ ਦੰਦਾਂ ਦੇ ਹੇਠ ਆਸੇ ਪਾਸੇ ਇਹਨਾਂ ਦੇ ਕੁਛ ਹੋਰ ਨਹੀਂ ਆਉਣਾ ਚਾਹੀਦਾ ਗਾ। ਫਿਰ ਪਾਤਸ਼ਾਹ ਨੇ ਕਿਹਾ ਦਾਮੋਦਰ ਦੰਤ ਦੰਦ ਲੋਈ। ਅੱਗੇ ਕੀ ਕਿਹਾਗਾ? ਕਰ ਕਰ ਕਰਤਾ ਕੰਗਣ ਪਹਿਰੈ। ਹੱਥ ਵਿੱਚ ਕੰਗਣ ਪਾਉਣਾ, ਹੱਥ ਵਿੱਚ ਕੰਗਣ ਪਾਉਣਾ। ਕੰਗਣ ਮੀਨਜ ਕੜਾ ਕਹਿ ਲੋ। ਹੱਥ ਵਿੱਚ ਕੰਗਣ ਪਾਉਣਾ। ਇਤ ਬਿਦ ਚਿੱਤ ਧਿਰਈ, ਭਾਵ ਗੁਰੂ ਨਾਲ ਮੇਰਾ ਚਿੱਤ ਜੁੜਿਆ ਰਵੇ। ਆਹ ਕੰਗਣ ਹੱਥ 'ਚ ਪਾਉਣਾ, ਗੁਰੂ ਨਾਲ, ਰੱਬ ਨਾਲ ਚਿੱਤ ਜੁੜਿਆ ਰਵੇ। ਇੱਕ ਸੰਕੇਤ ਆ ਇਹ ਗੁਰੂ ਨਾਨਕ ਸਾਹਿਬ ਦਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਨਾ, ਵੀ ਧੰਨ ਗੁਰੂ ਗੋਬਿੰਦ ਰਾਏ ਜਦੋਂ ਬਾਲ ਅਵਸਥਾ ਵਿੱਚ ਨਾ, ਬਚਪਨ ਦੇ ਵਿੱਚ ਸੀ, ਸੰਗਤ ਨੇ ਚਲੋ ਬੱਚਾ ਮਾਤਾ ਗੁਜਰ ਕੌਰ ਦੇ ਬੜੇ ਲੰਮੇ ਟਾਈਮ ਬਾਅਦ ਘਰ ਦੇ ਵਿੱਚ ਹੋਇਆ ਹਨਾ। ਤੁਸੀਂ ਸਾਰੇ ਜਾਣਦੇ ਹੋ 23-24 ਸਾਲਾਂ ਦੇ ਅਰਸੇ ਤੋਂ ਬਾਅਦ ਕੋਈ ਘਬਰਾਹਟ ਨਹੀਂ, ਕੋਈ ਥਿੜਕੇ ਨਹੀਂ, ਕੋਈ ਮਨ ਡੋਲਿਆ ਨਹੀਂ। ਇੱਕ ਅਕਾਲ ਪੁਰਖ ਤੇ ਟੇਕ ਹੈ, ਭਰੋਸਾ, ਖੁਸ਼ੀ ਬਹੁਤ ਆ। ਕੋਈ ਕੁਛ ਲੈ ਕੇ ਆਉਂਦਾ, ਕੋਈ ਕੁਛ ਲੈ ਕੇ ਆਉਂਦਾ। ਜੋ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਨੇ, ਸੰਗਤਾਂ ਦੀਆਂ ਭੇਟਾਵਾਂ ਮਾਤਾ ਗੁਜਰ ਕੌਰ ਕਬੂਲ ਕਰਦੇ ਆ, ਸਵੀਕਾਰ ਕਰਦੇ ਨੇ। ਉਹਨਾਂ ਭੇਟਾਵਾਂ ਦੇ ਵਿੱਚ ਕੋਈ ਕੰਗਣ ਵੀ ਲੈ ਕੇ ਆਏਗਾ। ਕੰਗਣ ਲੈ ਕੇ ਆਇਆ ਨਾ, ਦੂਰੋਂ ਜਦੋਂ ਸੰਗਤ ਆਈ ਆ, ਸੋਨੇ ਦੇ ਕੰਗਣ ਵੀ ਲੈ ਕੇ ਆ ਗਏ। ਪਿਆਰ ਆ ਸੰਗਤਾਂ ਦਾ ਨਾ ਮਾਤਾ ਗੁਜਰ ਕੌਰ ਨਾਲ। ਜਿੱਥੇ ਪਿਆਰ ਆ ਉੱਥੇ ਕੁਛ ਭੇਟਾ ਕੀਤਾ ਜਾਂਦਾ ਨਾ, ਬਿਨਾਂ ਪਿਆਰ ਤੋਂ ਤਾਂ ਕੁਛ ਭੇਟਾ ਨਹੀਂ ਕੀਤਾ ਜਾਂਦਾ ਗਾ। ਅੱਛਾ, ਉਹ ਕੰਗਣਾਂ ਦੀ ਗੱਲ ਤੁਸੀਂ ਸਾਰੇ ਜਾਣਦੇ ਹੋ। ਗੁਰੂ ਗੋਬਿੰਦ ਰਾਏ ਦੇ ਕੰਗਣ ਗਲ 'ਚ, ਵਾਹਿਗੁਰੂ ਗੁੱਟ 'ਚ ਪਹਿਨੇ ਗਏ। ਤੇ ਇੱਕ ਦਿਨ ਪਾਤਸ਼ਾਹ ਬੱਚਿਆਂ ਦੇ ਨਾਲ ਨਾ ਖੇਡਦੇ ਫਿਰਦੇ ਨੇ, ਤੇ ਕੰਗਣ ਕਿੱਥੇ ਸੁੱਟ ਕੇ ਆਏ ਸੀ? ਤੁਸੀਂ ਸਾਰਾ ਇਤਿਹਾਸ ਜਾਣਦੇ ਹੋ, ਗੰਗਾ 'ਚ ਹੈ ਨਾ। ਤੇ ਗੰਗਾ ਦੇ ਵਿੱਚ ਸੁੱਟ ਕੇ ਆਉਂਦੇ ਨਾ ਕੰਗਣ। ਤੇ ਮਾਤਾ ਗੁਜਰ ਕੌਰ ਆ ਕੇ ਪੁੱਛਦੀ ਆਪਣੇ ਪੁੱਤ ਨੂੰ, ਬੇਟਾ ਕਿੱਥੇ ਸਿੱਟਿਆ? ਦੇਖ ਸੋਨਾ, ਤੈਨੂੰ ਸੋਨੇ ਦੀ ਸ਼ਾਇਦ ਕਦਰ ਦਾ ਨਹੀਂ ਪਤਾ। ਜਿਹੜਾ ਕੋਈ ਪ੍ਰੇਮ ਭੇਟਾ ਲੈ ਕੇ ਆਉਂਦਾ ਉਹਨੂੰ ਸੰਭਾਲ ਕੇ ਰੱਖ ਦਿੰਦੇ ਪੁੱਤ। ਕਿੱਥੇ ਸੁੱਟ ਕੇ ਆਇਆ? ਚੱਲ ਮੈਂ ਚੱਲਾਂ ਤੇਰੇ ਨਾਲ, ਆਪਾਂ ਚੱਕ ਕੇ ਲਿਆਈਏ। ਚੱਲ ਨਹੀਂ ਪਾਉਣੇ ਨਾ, ਕੋਈ ਗੱਲ ਨਹੀਂ, ਸੰਭਾਲ ਕੇ ਰੱਖਦੇ। ਕਿਸੇ ਦੀ ਪਿਆਰ ਦੀ ਨਿਸ਼ਾਨੀ ਹੈ ਨਾ, ਤੇ ਪਿਆਰ ਦਾ ਤਾਂ ਕਿਸੇ ਨੇ ਫੁੱਲ ਦਿੱਤਾ ਗਾ, ਤੇ ਉਹ ਵੀ ਸੰਭਾਲ ਕੇ ਰੱਖਣਾ ਪੈਂਦਾ। ਆਮ ਹੀ ਕਹਿ ਦਿੰਦੇ ਆਪਾਂ, ਜੋ ਕਹਿੰਦੇ ਚਾਹ ਪਾਣੀ ਛਕ ਜੋ ਭਾਈ। ਜੇ ਤਾਂ ਪਿਆਰ 'ਚ ਕਿਹਾ ਚੰਗਾ ਭਾਈ ਜ਼ਰੂਰ ਛਕ ਕੇ ਜਾਵਾਂਗੇ, ਤੇ ਜੇ ਉੱਪਰੋਂ ਹੀ ਕਿਹਾ ਨਾ, ਪਤਾ ਲੱਗ ਜਾਂਦਾ ਨਾ ਵੀ ਤਾਹਾਂ ਤੋਂ ਆਵਾਜ਼ ਜੀ ਆ ਕਿ ਹਿਰਦੇ 'ਚੋਂ ਆ ਗਈ। ਜਿੱਥੇ ਪਿਆਰ ਆ ਤਾਂ ਉੱਥੇ ਕਹਿਣਾ ਪੈਂਦਾ ਭਾਈ ਤੇਰੇ ਬਿਨਾਂ ਕਹੀ ਮੈਂ ਜ਼ਰੂਰ ਛਕ ਕੇ ਜਾਵਾਂਗਾ। ਠੀਕ ਹੈ ਨਾ। ਹੁਣ ਮਾਤਾ ਗੁਜਰ ਆਪਣੇ ਦੇਖੋ, ਉੱਥੇ ਨਾ ਕਈ ਵਾਰ ਰਾਗੀ ਢਾਡੀ ਮਾਤਾ ਗੁਜਰ ਕੌਰ ਨੂੰ ਲੋਭੀ ਵਿਰਤੀ ਦੀ ਦਿਖਾਉਂਦੇ ਨੇ। ਮੁਆਫ ਕਰਨਾ, ਇਹ ਅਲੱਗ ਅਲੱਗ ਨਾ ਬੋਲਣ ਦਾ ਕਹਿ ਲੋ, ਗੱਲ ਕਰਨ ਦਾ ਢੰਗ ਹੁੰਦਾ ਵੀ ਜਿਵੇਂ ਲਿਖਿਆ ਆਪਾਂ ਉਵੇਂ ਨਹੀਂ ਬੋਲਣਾ। ਇਤਿਹਾਸ ਉਹਨੂੰ ਆਪਾਂ ਗੁਰਬਾਣੀ ਦੇ ਅਨੁਸਾਰ ਢਾਲ ਸਕਦੇ ਹਾਂ। ਵੀ ਭਾਵ ਕੀ ਆ, ਉੱਥੇ ਮਾਤਾ ਗੁਜਰ ਕੌਰ ਨੂੰ ਲੋਭੀ ਵਿਰਤੀ ਦੇ ਵਿੱਚ ਦਿਖਾਇਆ ਜਾਂਦਾ ਨਾ, ਆਪਾਂ ਨਹੀਂ ਦਿਖਾਵਾਂਗੇ। ਮਾਤਾ ਗੁਜਰ ਕੌਰ ਲੋਭੀ ਥੋੜੀ ਆ। ਉਹਨੇ ਸਿਰਫ ਇੰਨੀ ਗੱਲ ਕਹੀ ਆ, ਪੁੱਤ ਦੇਖੇ ਕਿਸੇ ਦੀ ਨਾ ਪਿਆਰ ਭੇਟਾ ਸੀ, ਤੈਨੂੰ ਤੂੰ ਨਾ ਰੋਲ ਨਾ, ਸੁੱਟ ਨਾ, ਨਹੀਂ ਪਾਉਣੇ ਕੋਈ ਨਾ, ਆਪਾਂ ਲਾ ਕੇ ਰੱਖਦੇ ਪਏ ਰਹਿਣਗੇ ਤਾਂ ਕੀ ਆ। ਤੇ 10ਵੇਂ ਪਾਤਸ਼ਾਹ ਉਦੋਂ ਵੀ ਤੇਜ ਨੇ, ਉਦੋਂ ਵੀ ਬਖਸ਼ਿਸ਼ ਆ ਨਾ ਵੱਡੀ ਪਾਤਸ਼ਾਹ ਤੇ ਜਦੋਂ ਗਏ ਗੰਗਾ ਤੇ ਦੂਸਰਾ ਕੰਗਣ ਲਾ ਕੇ ਸੁੱਟ ਦਿੱਤਾ ਗੰਗਾ ਦੇ ਵਿੱਚ। ਕਹਿੰਦਾ ਉੱਥੇ ਡਿੱਗ ਪਿਆ, ਉੱਥੇ ਡਿੱਗਿਆ ਗਾ, ਉਹ ਵੀ ਗਿਆ। ਚਲੋ ਇਹ ਵੀ ਗੱਲ ਨਹੀਂ ਵੀ ਇੱਥੇ 10ਵੇਂ ਪਾਤਸ਼ਾਹ ਨੇ ਕਿਸੇ ਦੀ ਪ੍ਰੇਮ ਭੇਟਾ ਦੀ ਬੇਕਦਰੀ ਕੀਤੀ ਆ। ਬੇਕਦਰੀ ਵੀ ਕੋਈ ਨਹੀਂ। ਇੱਕ ਸਿਰਫ ਤੇ ਸਿਰਫ ਮਾਤਾ ਗੁਜਰ ਕੌਰ ਨੂੰ ਇੱਕ ਸੰਦੇਸ਼ ਦਿੱਤਾ, ਸੰਕੇਤ ਦਿੱਤਾ, ਮਾਂ ਮੇਰਾ ਬਾਪੂ ਤਾਂ ਨਾ ਹੁਣ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਦੇ ਹੋ ਗਏ ਨਾ। ਅੱਜ ਦੇ 9 ਸਾਲ ਦੇ ਬੱਚੇ ਨੂੰ ਤਾਂ ਬਹੁਤਾ ਗਿਆਨ ਨਹੀਂ ਹੈ, ਪਰ 10ਵੇਂ ਪਾਤਸ਼ਾਹ ਕਹਿੰਦੇ ਨੇ ਮੇਰਾ ਬਾਪੂ ਤਾਂ ਰੋਜ਼ ਕਹਿੰਦਾ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੂ ਅਰ ਪੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਮਾਂ ਮੈਂ ਇਹ ਕੰਚਨ ਸੋਨੇ ਦੇ ਕੰਗਣ ਨਹੀਂ ਪਹਿਨਣੇਗੇ। ਮੇਰੇ ਬਾਪੂ ਨੇ ਬਾਣੀ 'ਚ ਲਿਖਿਆ ਹੈਗਾ, ਮੈਨੂੰ ਤਾਂ ਇਹ ਮਿੱਟੀ ਤੇ ਸੋਨਾ ਇੱਕ ਬਰਾਬਰ ਆ। ਮੈਂ ਕੰਗਣ ਪਾਊਂਗਾ ਕਾਹਦਾ ਕੰਗਣ ਪਾਊਂ? ਪਹਿਲਾਂ ਤਾਂ ਮੈਂ ਗਿਆਨ ਦਾ ਕੰਗਣ ਪਾਊਂ। ਤੇ ਇੱਥੇ ਵੀ ਕੀ ਲਿਖਿਆ ਬਾਬੇ ਨਾਨਕ ਨੇ? ਗਿਆਨ। ਕਰ ਕਰ ਕਰਤਾ, ਕਰ ਮੀਨਜ ਹੱਥ, ਕਰ ਕਰ ਕਰਤਾ ਕੰਗਣ ਪਹਿਰੈ। ਗਿਆਨ ਦਾ ਕੰਗਣ ਆਪਣੇ ਗੁੱਟ 'ਚ
ਪਾਲਾ। ਫਿਰ ਕੀ ਹੈ, ਇਨ ਵਿਦ ਚਿੱਤ ਧਰਈ ਤੇ ਮਾਲਕ ਨਾ ਚਿੱਤ ਜੋੜ ਕੇ ਰੱਖੀ। ਮਾਤਾ ਗੁਜਰ ਕੌਰ ਨੂੰ ਦਸ਼ਮੇਸ਼ ਪਿਤਾ ਨੇ ਇੱਕ ਸੰਕੇਤ ਉੱਤਰ ਦਿੱਤਾ, ਮਾਂ ਮੇਰੇ ਜੀਵਨ 'ਚ ਗਿਆਨ ਦਾ ਕੰਗਣ ਮੈਂ ਪਹਿਨਣਾ, ਤੇ ਗਿਆਨ ਦਾ ਕੰਗਣ ਮੇਰਾ ਬਾਪੂ ਪਾ ਰਿਹਾ, ਤੇ ਗਿਆਨ ਨੂੰ ਤੂੰ ਹੋਰ ਦ੍ਰਿੜ ਕਰਵਾਉਣ ਵਾਸਤੇ ਮੇਰੇ ਤੇ ਮਿਹਨਤ ਕਰ। ਆਉਣ ਵਾਲੇ ਟਾਈਮ 'ਚ ਕੰਗਣ ਪਹਿਨਣਾ, ਉਹ ਕੰਗਣ ਪਹਿਨਣਾ ਜਿਹੜੇ ਕੰਗਣ ਨੂੰ ਦੇਖ ਕੇ ਰੱਬ ਬਿਸਰੇ ਨਾ, ਰੱਬ ਚੇਤੇ ਆਵੇ। ਜਿੱਥੇ ਆਪਾਂ ਪਹੁੰਚਣਾ ਸੀ, ਇਤਿਹਾਸ ਤੁਸੀਂ ਅੱਗੇ ਪਿੱਛੇ ਸਾਰਾ ਜਾਣਦੇ ਆ। ਰੱਬ ਬਿਸਰੇ ਨਾ, ਰੱਬ ਚੇਤੇ ਆਵੇ। ਚੇਤਾ ਰੱਖਿਓ, ਲੋਹੇ ਦਾ ਕੰਗਣ ਪਹਿਨਿਆ ਨਾ, ਰੱਬ ਭੁੱਲਦਾ ਨਹੀਂ। ਤੇ ਜੇ ਸੋਨੇ ਦਾ ਪਹਿਨਿਆ ਹੋਵੇ ਉੱਤੇ ਨਾਲੇ ਨਾਲ ਹੀਰੇ ਮੋਤੀ ਜੜੇ ਹੋਣ, ਫਿਰ ਚੇਤਾ ਜਿਹਾ ਰੱਖਣਾ ਪੈਂਦਾ ਵੀ ਕਿਤੇ ਕੋਈ ਵੱਢ ਕੇ ਨਾ ਲੈ, ਗੋਟੀ ਨਾ ਵੱਢ ਕੇ ਲੈ ਜੇ, ਕਿਤੇ ਕੋਈ ਧਿਆਨ ਰੱਖਣਾ ਪੈਂਦਾ। ਹੁਣ ਧਿਆਨ ਕਿੱਥੇ ਵਗ ਗਿਆ? ਗੁੱਟ ਤੇ ਕੋਈ ਲਾਹ ਕੇ ਨਾ ਲੈ ਜੇ, ਖੋ ਕੇ ਨਾ ਲੈ ਜੇ, ਵੱਢ ਕੇ ਨਾ ਲੈ ਜੇ, ਇਦਾਂ ਨਾ ਵਿਚਾਰ ਬਣ ਜੇ। ਮਤਲਬ ਧਿਆਨ ਭਟਕ ਗਿਆ, ਮਹਿੰਗੀ ਧਾਤ ਸੀ ਨਾ, ਭਟਕ ਗਿਆ। ਤੇ ਜੇ ਲੋਹੇ ਦਾ ਪਹਿਨਿਆ ਤੇ ਚੇਤਾ ਰੱਖਿਓ ਧਿਆਨ ਗੁਰੂ ਵਾਲੇ ਪਾਸੇ ਹੀ ਆ। ਪਤਾ ਵੀ ਲੋਹੇ ਦਾ ਕੰਗਣ ਕਿਹਨੇ ਵੱਢ ਕੇ ਲੈ ਜਾਣਾ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਾਣੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਜੀ ਨੇ ਲੋਹੇ ਦੀ ਫੈਕਟਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹਿਲੀਆਂ ਚਲਾਈ ਸੀ, ਜਿੱਥੇ ਲੋਹੇ ਦੇ ਹਥਿਆਰ ਬਣਦੇ ਸੀ। ਤੇ ਦਸ਼ਮੇਸ਼ ਪਿਤਾ ਨੇ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਸਭ ਤੋਂ ਪਹਿਲਾ ਕਿਲਾ ਲੋਹਗੜ੍ਹੀ ਬਣਵਾਇਆਗਾ, ਲੋਹੇ ਦਾ, ਜਿੱਥੇ ਸਮਾਨ ਬਣਦਾ ਸੀ, ਹਥਿਆਰ ਬਣਦੇ ਸਨ। ਕਹਿਣ ਤੋਂ ਮੁਰਾਦ ਗੁਰੂ ਸਾਹਿਬ ਨੇ ਇੱਥੇ ਸਾਨੂੰ ਬਾਣੀ 'ਚ ਦੱਸ ਦਿੱਤਾ, ਤੇ ਉਧਰ 10ਵੇਂ ਰੂਪ ਦੇ ਵਿੱਚ ਸਾਨੂੰ ਇਤਿਹਾਸ ਵਿੱਚ ਦੱਸ ਦਿੱਤਾ। ਅੱਗੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਦਸ਼ੂਦਨ ਕਰ ਮੁੰਦਰੀ ਪਹਿਰੈ। ਮੁੰਦਰੀ ਵੀ ਪਾਉਣੀ ਆ, ਮੁੰਦਰੀ ਵੀ ਪਾਉਣੀ ਆ ਨਾ, ਪਰ ਪਾਉਣੀ ਕਾਹਦੀ ਆ? ਮਦਸ਼ੂਦਨ, ਮਦਸ਼ੂਦਨ ਪਰਮਾਤਮਾ ਰੱਬ ਜੀ। ਮਦਸ਼ੂਦਨ ਕਰ ਮੁੰਦਰੀ ਪਹਿਰੈ, ਪਰਮੇਸ਼ਰ ਪਟ ਲਈ। ਪਟ ਮੀਨਜ ਰੇਸ਼ਮੀ ਕੱਪੜੇ, ਕੱਪੜੇ ਵੀ ਪਹਿਨਣੇ ਨੇ। ਪ੍ਰੇਮ ਪਟੋਲਾ, ਪਿਆਰ ਦਾ ਕੱਪੜਾ, ਨਾਲ ਤਨ ਤੇ ਧਨ ਨੂੰ ਢੱਕਣ ਵਾਸਤੇ ਕੱਪੜਾ, ਪਿਆਰ ਦਾ ਕੱਪੜਾ। ਮਦਸ਼ੂਦਨ ਗੁਰੂ ਦੇ ਨਾਮ ਦਾ, ਗੁਣਾਂ ਦਾ ਛੱਲਾ ਵੀ ਪਾਉਣਾ, ਛਾਂਪ ਵੀ ਪਾਉਣੀ ਆ। ਇੱਕ ਗੱਲ ਫੇਰ ਇੱਥੇ ਰੁਕਣੀ ਪਊਗੀ, ਆਪਣਾ ਸਮਾਂ ਵੀ ਉੱਤੋਂ ਦੀ ਹੋ ਗਿਆ, ਚਲੋ ਵਾਹਿਗੁਰੂ ਕਿਰਪਾ ਕਰੇ। ਵੈਸੇ ਤੁਸੀਂ ਸਮਝਦਾਰ ਹੋ, ਮੈਨੂੰ ਪਤਾ ਵੀ ਤੁਹਾਨੂੰ ਪਤਾ ਹੋਣਾ, ਜਿਹੜੀ ਛਾਂਪ ਦੀ ਕਾਢ ਆ ਨਾ, ਇਹ ਅੰਗਰੇਜ਼ਾਂ ਦੀ ਕਾਢ ਆ। ਵਾਹਿਗੁਰੂ ਭਲਾ ਕਰੇ, ਭਾਵੇਂ ਪਹਿਲਾਂ ਵੀ ਚੱਲਦੀਆਂ ਨੇ। ਇਹ ਜਿਹੜਾ ਟੌਟ ਬੰਦਾ ਹੁੰਦਾ ਸੀ ਨਾ, ਟੌਟ, ਦੇਖੋ ਆਪਾਂ ਪਹਿਲਾਂ ਅੱਜ ਦੀ ਆਰੰਭਤਾ ਦੇ ਵਿੱਚ ਵਿਚਾਰ ਕੀਤੀ ਸੀ, ਮਾਫ ਕਰਨਾ, ਖਰੀਆਂ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ। ਟੌਟ ਮੀਨਜ ਚੁਗਲਖੋਰ, ਸਰਕਾਰ ਦਾ ਚਮਚਾ ਕਹਿ ਲਓ। ਜਿਹੜਾ ਸਰਕਾਰ ਦਾ ਚਮਚਾ ਹੁੰਦਾ ਸੀ ਨਾ, ਇਲਾਕੇ ਚੋਂ ਖਬਰ ਸਰਕਾਰ ਨੂੰ ਦਿੰਦਾ ਸੀ, ਉਹਨੂੰ ਛਾਂਪ ਮਿਲਦੀ ਸੀ। ਛਾਂਪ ਕਾਹਦੀ ਮਿਲਦੀ ਸੀ? ਭਾਵ ਇੱਕ ਮੋਹਰ ਦੇ ਰੂਪ 'ਚ। ਉਹ ਮੋਹਰ ਦਾ ਕੰਮ ਕਰਦੀ ਸੀ ਵੀ ਮੈਂ ਸਰਕਾਰੀ ਬੰਦਾ, ਜਿੱਥੇ ਮੈਥੋਂ ਮਰਜ਼ੀ ਮੋਹਰ ਲਵਾ ਲਓ। ਤੇ ਉਹ ਜਿਹੜਾ ਸਿਸਟਮ ਸੀ, ਹੌਲੀ 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 ਨੰਬਰਦਾਰੀ ਦੇ ਰੂਪ 'ਚ ਬਦਲ ਗਿਆ। ਉੱਤੇ ਪਿਛੋਕੜ ਤੁਸੀਂ ਜਾ ਕੇ ਫਰੋਲ ਲਓ, ਇਦਾਂ ਦੇ ਨਿਕਲੂ। ਮਾਫ ਕਰਨਾ, ਮੈਂ ਗਲਤ ਹੋ ਸਕਦਾ, ਜ਼ਰੂਰ ਦੱਸ ਦਿਓ ਧਿਆਨ ਮਾਰ ਕੇ ਵੀ ਸਹੀ ਆ ਕਿ ਗਲਤ ਆ। ਤੇ ਉਹ ਛਾਂਪ ਤੋਂ ਹੌਲੀ ਹੌਲੀ ਛੱਲੇ ਬਣ ਗਏ, ਮੁੰਦੀਆਂ ਬਣ ਗਈਆਂ, ਡਿਜ਼ਾਈਨ ਬਣ ਗਏ, ਮਤਲਬ ਕਿ ਉਹ ਇੱਕ ਗਹਿਣੇ ਬਣ ਗਏ। ਸਮਾਂ ਪਾ ਕੇ ਬਦਲ ਜਾਂਦਾ ਨਾ, ਸਮਾਂ ਪਾ ਕੇ। ਜਿਵੇਂ ਪਹਿਲਾਂ ਬਠਿੰਡੇ ਦਾ ਨਾਮ ਪਹਿਲਾਂ ਭੱਟੀ ਇੰਡਾ ਸੀ, ਫਿਰ ਭਟਿੰਡਾ ਭੱਬੇ ਤੇ ਬਣ ਗਿਆ, ਅੱਜ ਬਠਿੰਡੇ ਦੇ ਬਣ ਗਿਆ। ਪਟਿਆਲੇ ਦਾ ਪਹਿਲਾ ਨਾਮ ਪਟਿਆਂ ਵਾਲਾ, ਤੇ ਅੱਜ ਪਟਿਆਲਾ ਬਣ ਗਿਆ। ਕਹਿਣ ਤੋਂ ਭਾਵ ਅਲੱਗ ਅਲੱਗ ਨਾਮ ਨੇ, ਹੌਲੀ ਹੌਲੀ ਚੇਂਜ ਹੋ ਜਾਂਦੇ ਨੇ ਭਾਈ। ਇਦਾਂ ਭਾਵ ਉਹ ਮੋਹਰ ਮਿਲਦੀ ਸੀ, ਇੱਕ ਮੋਹਰ ਦੇ ਰੂਪ 'ਚ ਹੁੰਦੀ ਛਾਪ, ਤੇ ਛਾਪ ਮੋਹਰ ਦਾ ਕੰਮ ਕਰਦੀ ਸੀਗੀ। ਉਹ ਪਿੰਡ ਵਿੱਚ ਨਾ, ਇਲਾਕੇ ਵਿੱਚ ਕਹਿ ਲਓ, ਜਿਹੜਾ ਸਰਕਾਰੀ ਗੱਲਬਾਤ ਸਾਰੀ ਪਿੰਡ 'ਚੋਂ ਸੁਣ ਕੇ ਸਰਕਾਰ ਨੂੰ ਦੱਸਦਾ ਸੀ, ਉਹ ਬੰਦੇ ਨੂੰ ਦਿੱਤੀ ਜਾਂਦੀ ਸੀ। ਉਹ ਹੌਲੀ ਹੌਲੀ ਭਾਈ ਨੁਮਾਇੰਦਾ ਬਣ ਗਿਆ ਸੀ, ਸਮਾਂ ਪਾ ਕੇ। ਤਾਈਓ ਉਹ ਨੁਮਾਇੰਦਗੀ ਘਰ 'ਚ ਹੀ ਚੱਲਦੀ ਹੁੰਦੀ ਹੈ, ਕਿਸੇ ਹੋਰ ਨੂੰ ਨਹੀਂ ਦਿੱਤੀ ਜਾਂਦੀ। ਕਿਉਂਕਿ ਪਿਓ ਦੇ ਗੁੱਝੇ ਭੇਦਾਂ ਦਾ ਪੁੱਤ ਨੂੰ ਪਤਾ ਹੁੰਦਾ, ਪੁੱਤ ਦੇ ਗੁੱਝੇ ਭੇਦਾਂ ਦਾ ਅੱਗੇ ਪੋਤੇ ਨੂੰ ਪਤਾ ਹੁੰਦਾ ਹੈਗਾ। ਉਹ ਘਰ 'ਚ ਹੀ ਚੱਲਦਾ ਇਹ ਸਾਰਾ ਸਿਸਟਮ, ਤੇ ਅੱਜ ਵੀ ਉਹ ਸਾਰਾ ਸਿਸਟਮ ਉਵੇਂ ਹੀ ਚੱਲਦਾ ਹੈਗਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ। ਅੱਗੇ ਪਾਤਸ਼ਾਹ ਕਹਿੰਦੇ ਨੇ, ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ। ਆਪਣੇ ਮੰਦਰ ਦੇ ਵਿੱਚ ਭਾਈ ਸ਼ੁੱਧ ਦੀਵਾ ਬਾਲ, ਗਿਆਨ ਰਾਓ ਜਬ ਸੇਜੈ ਆਵੈ, ਤਾਂ ਨਾਨਕ ਭੋਗ ਕਰੇ। ਗਿਆਨ ਰਾਓ ਜਬ ਸੇਜੈ ਆਵੈ, ਜਦੋਂ ਗਿਆਨ ਤੇਰੀ ਸੇਜ ਤੇ ਆ ਗਿਆ ਨਾ, ਫਿਰ ਬਾਬਾ ਨਾਨਕ ਤੇਰੇ ਨਾਲ ਲਿਹਾਜ਼ ਪਾਲੂਗਾ, ਤੇਰੇ ਨਾਲ ਦੋਸਤੀ ਪਾਲੂਗਾ। ਭੋਗ ਕਰੇ ਤੋਂ ਭਾਵ ਕੀ ਆ? ਫਿਰ ਬਾਬਾ ਨਾਨਕ ਨਾ ਤੇਰੇ ਨਾਲ ਬਹਿ ਕੇ ਰੋਟੀ ਖਾਊਗਾ। ਆਪਾਂ ਸੌਖੀ ਜੀ ਭਾਸ਼ਾ 'ਚ ਵਰਤ ਲਿਆ। ਭੋਗ ਕਰਨਾ, ਖਾਣਾ, ਹੰਡਾਉਣਾ,
ਮਿਲ ਕੇ ਚੱਲਣਾ, ਆਪਸ ਵਿੱਚ ਹਰ ਚੀਜ਼ ਮਿਲ ਮਿਲ ਕੇ ਵਰਤਣੀ। ਵੀ ਅੱਧੀ ਤੂੰ ਖਾਲਾ, ਅੱਧੀ ਮੈਂ, ਅੱਧੀ ਤੂੰ ਹੰਡਾਲਾ, ਅੱਧੀ ਮੈਂ ਕਾੜਨਾ ਦਾ ਤੂੰ, ਇਦਾਂ ਬਾਬੇ ਨਾਨਕ ਦਾ ਤੇਰੇ ਨਾਲ ਜੀਵਨ 'ਚ ਸੰਬੰਧ ਬਣ ਜਾਊਗਾ। ਇੱਥੋਂ ਤੱਕ ਹੀ ਵਿਚਾਰ ਸਮਾਪਤ ਆ। ਅੱਜ ਦੀ ਵਿਚਾਰ ਆਪਾਂ ਥੋੜ੍ਹੀ ਜਿਹੀ ਫੈਸ਼ਨ ਪ੍ਰਸਤੀ ਦੇ ਸੰਬੰਧ 'ਚ ਗੱਲ ਕੀਤੀ ਸੀ। ਭੁੱਲਾਂ ਦੀ ਖਿਮਾ, ਬੜੀਆਂ ਉਣਤਾਈਆਂ ਰਹਿ ਜਾਂਦੀਆਂ, ਗੁਰੂ ਪਾਤਸ਼ਾਹ ਤੇ ਤੁਸੀਂ ਸਾਰੇ ਬਖਸ਼ਣਯੋਗ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ